ਕਹਿੰਦੇ ਬੰਦੇ ਨੂੰ ਮਾਰਨ ਦੀ ਲੋੜ ਨਹੀਂ ਪੈਂਦੀ, ਲੇਕਿਨ ਜਿਹੜੀ ਨਾ ਬੰਦੇ ਦੀ ਅਣਖ ਆ ਉਹ ਮਾਰ ਦਿੱਤੀ ਜਾਵੇ, ਉਹ ਬੰਦਾ ਮਰਿਆ ਹੀ ਸਮਝੋ। ਕਿ ਭਾਂਡਿਆਂ ਦੀ ਨਹੀਂ ਚਾਹੀਦੀ, ਸੁਨਿਆਰਾ ਨਹੀਂ ਚਾਹੀਦਾ, ਕੱਪੜਾ ਨਹੀਂ ਚਾਹੀਦਾ, ਲੋਕੀ ਨੰਗੇ ਤੁਰਨਗੇ? ਮੈਨੂੰ ਦੱਸੋ ਪਹਿਲਾਂ। ਇੱਧਰ ਕਿਤੇ ਲੋੜ ਪਈ ਆਪਾਂ ਸਾਰੇ ਜਿਹੜੇ ਟਰਾਲੀਆਂ ਭਰ ਕੇ ਐਸੀ ਭਾਈਚਾਰੇ ਨਾਲ ਲੈ ਕੇ ਮੈਦਾਨ ਦੇ ਵਿੱਚ ਜਿੱਤਾਂਗੇ ਔਰ ਜਿੱਤ ਪ੍ਰਾਪਤ ਕਰਕੇ ਮੁੜਾਂਗੇ। ਆਪਣੇ ਬੱਚੇ ਪਾਲੂੰਗਾ ਜੀ, ਠੀਕ ਨਹੀਂ? ਸ਼ਰਾਬ ਜ਼ਿਆਦਾ ਜ਼ਰੂਰੀ ਆ। ਕਰੋਨਾ ਨਾ ਤਾਂ ਜਿਹੜੇ ਬੰਦੇ ਆ ਬਚ ਵੀ ਸਕਦੇ ਆ, ਪਰ ਭੁੱਖ ਦੇ ਨਾਲ ਜਿਹੜੇ ਆ ਮਰ ਸਕਦੇ। ਸਾਡੇ ਤੇ ਪਰਚਾ ਕਰਾ ਦਿਓ, ਅਸੀਂ ਪਰਚਾ ਕਰਾਉਣ ਨੂੰ ਅਸੀਂ ਤਿਆਰ ਆ। ਉਹ ਕਹਿ ਦੇਣ ਇਹਨਾਂ ਨੇ ਖਿਲਾਏ ਆ। ਪਿੰਡ ਵਿੱਚ ਅਸੀਂ ਤਾਂ ਕਹਿੰਦੇ ਆ ਕਿ ਜਿਹੜੇ ਦਲਿਤ ਭਾਈਚਾਰਾ ਆਪਾਂ ਉਹਨਾਂ ਨਾਲ ਮੋਹਰੇ ਰੱਖ ਕੇ ਤੁਰੀਏ, ਅਸੀਂ ਪਿੱਛੇ ਤੁਰੀਏ, ਉਹ ਸਾਡੇ ਨਾਲ ਮੋਹਰੇ ਹੋ ਕੇ ਚੱਲਣ। ਲੋਕਾਂ ਨੂੰ ਅਪੀਲ ਹੈ ਕਿ ਸਾਡਾ ਜਿਹੜਾ ਸਹਿਯੋਗ ਕੀਤਾ ਜਾਵੇ। ਅਸੀਂ ਕੋਈ ਇਹ ਨਹੀਂ ਹੈ ਕਿ ਅਸੀਂ ਲੋਕਾਂ ਨੂੰ ਅਸੀਂ ਕੋਈ ਫਾਈਨੈਂਸ਼ੀਅਲੀ ਜਾਂ ਕੋਈ ਅਸੀਂ ਚਲਾਨ ਕੱਟ ਕੇ ਜਾਂ ਪਰਚੇ ਦਰਜ ਕਰਕੇ ਉਹਨਾਂ ਤੋਂ ਅਸੀਂ ਕੋਈ ਪਾਲਣਾ ਕਰਾ ਰਹੇ ਹਾਂ। ਸ਼ਾਹੀਨ ਬਾਗ ਦੇ ਵਿੱਚ ਮੋਰਚਾ ਲੱਗਾ, CAA ਜਿਹੜਾ ਕਾਨੂੰਨ ਆਇਆ ਉਹ ਤੋਂ ਬਾਅਦ ਮਤਲਬ ਆ ਖੇਤੀਬਾੜੀ ਦੇ 3 ਕਾਲੇ ਕਾਨੂੰਨ ਪਾਸ ਕਰ ਦਿੱਤੇ। ਇੱਕ ਪਿੰਡ 'ਚ ਇੱਕ ਗੁਰਦੁਆਰਾ ਸਾਹਿਬ ਹੋਣਾ ਚਾਹੀਦਾ ਜਿੱਥੇ ਦਲਿਤ ਭਾਈਚਾਰਾ ਵੀ ਆਵੇ, ਸਿੱਖ ਭਾਈਚਾਰਾ ਵੀ ਆਵੇ, ਜਿਹੜੇ ਦੂਸਰੀ ਕਮਿਊਨਿਟੀ ਉਹ ਵੀ ਸਾਰੇ ਆਉਣ। ਜੈ ਗੁਰਦੇਵ ਜੈ ਭੀਮ ਕੰਛੜੀ ਵੀ ਦੇਖ ਰਿਹਾ ਸਾਰੇ ਦਰਸ਼ਕਾਂ ਦਾ ਮੈਂ SK ਬੈਂਸ ਸਵਾਗਤ ਕਰਦਾ ਹਾਂ। ਦਰਸ਼ਕੋ, ਇਸ ਸਮੇਂ ਅਸੀਂ ਬਹਿਰਾਮ ਵਿਖੇ ਖੜੇ ਹਾਂ, ਜਿੱਥੇ ਕਿਸਾਨ ਯੂਨੀਅਨ ਭਾਰਤੀ ਕਿਸਾਨ ਯੂਨੀਅਨ ਦੁਆਬਾ ਵੱਲੋਂ ਇਹ ਜਿਹੜੀ ਇੱਕ ਕਾਲ ਦਿੱਤੀ ਗਈ ਸੀ ਇਹ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿ 8 ਤਰੀਕ ਨੂੰ ਜਿਹੜੀਆਂ ਦੁਕਾਨਾਂ ਉਹ ਖੁਲਾਈਆਂ ਜਾਣਗੀਆਂ। ਸੋ ਉਸੇ ਤਹਿਤ ਅੱਜ ਇਹ ਜਿਹੜੀ ਕਿਸਾਨ ਯੂਨੀਅਨ ਦੁਆਬਾ ਆ ਉਹਦੇ ਵੱਲੋਂ ਇਹ ਬਹਿਰਾਮ ਵਿਖੇ ਜਿਹੜੀਆਂ ਦੁਕਾਨਾਂ ਖੁਲਾਈਆਂ ਜਾ ਰਹੀਆਂ। ਆਗੂ ਨਾਲ ਨੇ, ਉਹਨਾਂ ਤੋਂ ਪੁੱਛਦੇ ਆ, ਕਿਉਂਕਿ ਕੱਲ ਜਿਹੜੇ ਇਹ ਕੈਪਟਨ ਅਮਰਿੰਦਰ ਸਿੰਘ ਹੁਣੀ ਉਹਨਾਂ ਦਾ ਬਿਆਨ ਆਉਂਦਾ ਆ ਕਿ ਜੇਕਰ ਕੋਈ ਵੀ ਚਾਹੇ ਕਿਸਾਨ ਆਗੂ ਆ, ਚਾਹੇ ਕੋਈ ਵੀ, ਜੇਕਰ ਉਹ ਜਿਹੜੀਆਂ ਹਦਾਇਤਾਂ ਆ ਸਰਕਾਰੀ ਉਹਨਾਂ ਦੀ ਕੋਈ ਉਲੰਘਣਾ ਕਰਦਾ ਆ, ਜਾਂ ਜਿਸ ਤਰ੍ਹਾਂ ਆਪਾਂ ਹੁਣ ਇਸ ਸਮੇਂ ਕਹਿ ਸਕਦੇ ਹਾਂ ਕਿ ਦੁਕਾਨਾਂ ਖੁਲਾਉਣ ਚੱਲੇ ਆ, ਸੋ ਉਹਨਾਂ ਤੇ ਪਰਚੇ ਕੀਤੇ ਜਾਣਗੇ। ਕੀ ਕਹਿਣਾ ਚਾਹੋਗੇ ਇੱਥੇ? ਬਾਕੀ ਸਰਕਾਰਾਂ ਤੁਹਾਨੂੰ ਪਤਾ ਰੁੱਖ ਸਾਰਿਆਂ ਦੇ ਇੱਦਾਂ ਦਾ ਹੁੰਦਾ, ਕਿਉਂਕਿ ਜੇ ਇਹਨਾਂ ਨੂੰ ਇਹ ਨਹੀਂ ਦੀਦਾ ਵੀ 8-9 ਮਹੀਨੇ ਹੋ ਗਏ ਰੋਲਦੇ ਬੰਦੇ ਸੜਕਾਂ 'ਚ ਬੈਠੇ ਆ। ਹੁਣ ਪਰਚਾ ਕਰਨ ਨੂੰ ਹਰੇਕ ਨੂੰ ਕਹਿੰਦੇ ਪਰਚਾ ਕਰ ਦੇਣਾ, ਪਰਚੇ ਤੋਂ ਸਾਨੂੰ ਕੋਈ ਡਰ ਨਹੀਂ ਹੈਗਾ। ਪਰਚੇ ਸਾਡੇ ਇੱਕ ਦੇ ਚਾਰ ਕਰ ਦੇਣ। ਜਿਹੜਾ ਸਾਨੂੰ ਸੰਯੁਕਤ ਮੋਰਚੇ ਵੱਲੋਂ ਕਾਲ ਆ, ਉਹਦੇ ਕਾਲ ਦੇ ਸੱਦੇ ਤੇ ਅਸੀਂ ਇਹ ਆਪਣਾ ਬਰਾਮ ਦਾ ਅੱਡੇ ਦਾ ਦੁਕਾਨਾਂ ਕਰਾ ਰਹੇ ਹਾਂ। ਕੀ ਲੱਗਦਾ ਇੱਕ ਜਿਹੜਾ ਗਰੀਬ ਦੁਕਾਨਦਾਰ ਹੈ ਉਹਨੂੰ ਸਮਝਾਉਣਾ ਬਹੁਤ ਔਖਾ ਹੋ ਜਾਂਦਾ ਕਿ ਡਰ ਕਰਕੇ ਉਹ ਇਹ ਤਾਂ ਨਹੀਂ ਹੋਵੇ ਕਿ ਪਿੱਛੇ ਹਟ ਜਾਵੇ ਕਿਤੇ? ਨਹੀਂ, ਅਸੀਂ ਤਾਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਵੀ ਅਸੀਂ ਸਾਰੇ ਨਾਲ ਆ ਉਹਨਾਂ ਦੇ। ਬਾਕੀ ਪ੍ਰਸ਼ਾਸਨ ਵੀ ਸਾਡੇ ਨਾਲ ਪੂਰੀ ਕੋਆਪਰੇਟ ਕਰ ਰਿਹਾ, ਇੱਦਾਂ ਦੀ ਗੱਲ ਨਹੀਂ ਕੋਈ ਵੀ ਇੱਦਾਂ ਦੀ। ਤੇ ਅਸੀਂ ਉਹਨਾਂ ਨੂੰ ਕਹਿੰਦੇ ਆ ਵੀ ਜਿੱਦਾਂ ਜਿਹੜਾ ਕਰੋਨਾ ਦਾ ਆ ਉਹਦੇ ਨਾਲ ਹਰੇਕ ਬੰਦੇ ਨੂੰ ਗਰੀਬ ਤੋਂ ਗਰੀਬ ਜਾਣੀ ਕਿ ਬਹੁਤ ਔਖਾ ਆ ਕਿ ਹਰੇਕ ਬੰਦੇ ਨੇ ਆਪਣਾ ਕੰਮ ਜਿੰਨਾ ਗੁਜ਼ਾਰਾ ਕਰਨਾ ਬਹੁਤ ਔਖਾ ਆ। ਗਰੀਬ ਦਾ ਪਹਿਲਾਂ ਹੀ ਬਹੁਤ ਦੱਬਿਆ ਗਿਆ ਆ। ਕਰੋਨਾ ਦੇ ਵਿੱਚ ਤੁਹਾਨੂੰ ਪਤਾ ਹੀ ਆ ਕਿੱਦਾਂ ਸਾਰੇ ਅਸੀਂ ਆਪਣਾ ਘਰ ਚਲਾ ਰਹੇ ਆ। ਅਸੀਂ ਕਹਿੰਦੇ ਆ ਵੀ ਜਿਹੜਾ ਲੋਕਡਾਊਨ ਆ ਉਹ ਸੰਡੇ ਦਾ, ਜਿੱਦਾਂ ਹੁਣ ਰਾਤ ਨੂੰ ਕਰੋਨਾ ਕਿਤੇ ਹਟ ਜਾਂਦਾ, ਦਿਨੇ ਚੱਲਦਾ ਰਹਿੰਦਾ। ਇਹਦੇ ਕਰਕੇ ਅਸੀਂ ਕਹਿੰਦੇ ਆ ਵੀ ਦੁਕਾਨਾਂ ਖੁੱਲ੍ਹੀਆਂ ਜਾਣ, ਵਪਾਰ ਇੱਦਾਂ ਚੱਲਦਾ ਰਹੇ ਜੀ। ਇਸ ਤਰ੍ਹਾਂ ਸਰਕਾਰ ਦੇ ਵੱਖੋ-ਵੱਖ ਬਿਆਨ ਆ ਰਹੇ, ਕਦੇ ਇਹ ਕਹਿੰਦੇ ਕਿ ਇਸ ਸਮੇਂ ਤੱਕ ਦੁਕਾਨਾਂ ਖੁੱਲ੍ਹੀਆਂ ਜਾਣ, ਇਹ ਰਾਤ ਨੂੰ ਲੋਕਡਾਊਨ ਲਾ ਦਿੱਤਾ ਜਾਂਦਾ ਹੈ ਜਾਂ ਟਾਈਮਿੰਗ ਦਿੱਤੀ ਜਾਂਦੀ ਹੈ। ਕੀ ਇਹ ਫੈਸਲੇ ਤੁਹਾਨੂੰ ਸਹੀ ਲੱਗਦੇ ਜਾਂ ਗਲਤ ਆ? ਇਹ ਬਿਲਕੁਲ ਗਲਤ ਕੰਮ ਆ। ਜਿਹੜੀ ਸਰਕਾਰ ਹੈ ਇਹਨੂੰ ਬੜਾ ਤੁਹਾਨੂੰ ਪਤਾ ਕਿ ਇੱਕ ਬੰਦਾ ਸਬਜ਼ੀ ਵੇਚ ਕੇ ਆਪਣੇ ਬੱਚੇ ਪਾਲਦਾ, ਉਹਦੇ ਕੋਈ ਸਬਜ਼ੀ ਨਹੀਂ ਕਿਤੇ ਵਿਕਦੀ, ਉਹਦੀ ਕੋਈ ਦੁਕਾਨ ਨਹੀਂ ਖੁੱਲ੍ਹਦੀ। ਵੱਡੀਆਂ ਵੱਡੀਆਂ ਦੁਕਾਨਾਂ ਖੁੱਲ੍ਹਦੀਆਂ, ਠੇਕੇ ਖੁੱਲ੍ਹ ਰਹੇ ਆ। ਸਰਕਾਰ ਦੀ ਇੱਥੇ ਕਮਾਈ ਉਹ ਸਭ ਕੁਝ ਖੁੱਲ੍ਹ ਰਿਹਾ। ਬਾਕੀ ਲੋਕਾਂ ਨੂੰ ਸਰਕਾਰ ਆਪ ਤਾਂ ਮਰੀ ਪਈ ਆ। ਇਹ ਲੋਕਾਂ ਨੂੰ ਵੀ ਇਸੇ ਚੱਗ ਨਾਲ ਮਾਰਨਾ ਚਾਹੁੰਦੀ ਹੈ, ਕਰੋਨੇ ਨਾਲ ਨਹੀਂ ਮਾਰਨਾ ਚਾਹੁੰਦੀ, ਇਹ ਭੁੱਖ ਨਾਲ ਹੀ ਲੋਕਾਂ ਨੂੰ ਮਾਰਨਾ ਚਾਹੁੰਦੀ ਹੈ। ਇਹ ਸਰਕਾਰ ਦੀ ਐਸੀ ਨੀਤੀ ਗਲਤ ਆ, ਕਿਉਂਕਿ ਸਰਕਾਰ ਦੇ ਵਿੱਚ ਨਾ ਤਾਂ ਲੋਕ ਪੜ੍ਹਨ ਤੇ ਨਾ ਲੋਕ ਉੱਦਾਂ ਵੀ ਦੁਕਾਨਾਂ ਤੋਂ ਕਾਰੋਬਾਰ ਤੋਂ ਵੀ ਭੁੱਖੇ ਮਾਰਨ, ਝੂਠੀਆਂ ਰਾਹਦਾਂ ਦੇ ਕੇ ਕਦੇ ਕੁਛ ਦੇ ਦਿੰਦੀ ਹੈ। ਤੁਹਾਨੂੰ ਚੌਲ ਦੇਣੇ, ਆਟੇ ਦੇਣੇ। ਲੋਕਾਂ ਨੂੰ ਜਦੋਂ ਕਿਸੇ ਨਸ਼ਾ ਲਾਉਣਾ ਹੋਵੇ ਨਾ, ਉਹਨੂੰ ਆਪਣੇ ਕੋਲੋਂ ਖਰਚਾ ਕਰਕੇ ਉਹਨਾਂ ਨੂੰ ਬੁੱਝਦਿਲ ਬਣਾਉਣਾ ਪੈਂਦਾ, ਉਹਨਾਂ ਨੂੰ ਕਮਜ਼ੋਰ ਬਣਾਉਣਾ ਪੈਂਦਾ। ਜਦੋਂ ਇਹ ਲੋਕ ਕਮਜ਼ੋਰ ਹੋ ਗਏ ਤੇ ਸਰਕਾਰ ਨੂੰ ਖੁੱਲ੍ਹੀ ਛੁੱਟੀ ਆ। ਕਮਜ਼ੋਰੀ ਤਾਂ ਅੱਗੇ ਹੀ ਆ। ਲੋਕ ਤਾਂ ਮਾੜੀਆਂ ਗੱਲਾਂ ਡੀਕਦੇ ਫਿਰਦੇ, ਸਰਕਾਰ ਕੋਲੋਂ ਅਣਖ ਤਾਂ ਖਤਮ ਕਰਤੀ ਲੋਕਾਂ ਦੀ। ਕਹਿੰਦੇ ਬੰਦੇ ਨੂੰ ਮਾਰਨ ਦੀ ਲੋੜ ਨਹੀਂ ਪੈਂਦੀ, ਲੇਕਿਨ ਜਿਹੜੀ ਨਾ ਬੰਦੇ ਦੀ ਅਣਖ ਆ ਉਹ ਮਾਰ ਦਿੱਤੀ ਜਾਵੇ, ਉਹ ਬੰਦਾ ਮਰਿਆ ਹੀ ਸਮਝੋ। ਸਰਕਾਰ ਦੀਆਂ ਇੱਦਾਂ ਦੀਆਂ ਨੀਤੀਆਂ ਕਰਕੇ ਗਰੀਬ ਵਰਗ ਦੇ ਲੋਕਾਂ ਨੂੰ ਰੋਟੀ ਖਾਣੀ ਤੰਗ ਕੀਤੀ ਪਈ ਆ। ਜਿਹੜਾ ਪੁਲਿਸ ਪ੍ਰਸ਼ਾਸਨ ਆ ਵਿੱਚ ਬਹੁਤ ਅਫਸਰ ਸਮਝਦਾਰ ਆ, ਪੜ੍ਹੇ ਲਿਖੇ ਆ, ਉਹਨਾਂ ਨੂੰ ਬੜੀ ਸੋਚ ਆ, ਸਮਝ ਰੱਖਦੇ ਆ ਵੀ ਇਹ ਲੋਕਾਂ ਰੋਟੀ ਕਿੱਥੋਂ ਖਾਣੀ ਆ। ਪਰ ਉਹ ਮਜਬੂਰੀ ਆ, ਸਰਕਾਰ ਨੇ ਵੋਟਾਂ ਪਟੋਰਦੀ ਆ। ਆਪਣੀਆਂ ਵੋਟਾਂ ਦੀ ਖਾਤਰ ਆ ਜਿਹੜਾ ਹੁਣ ਇਹਨਾਂ ਨੇ ਦੂਜੇ ਬੰਦ ਕੀਤੇ ਆ ਕਿਰਾਏ ਬੱਸਾਂ ਦੇ। ਕਿਉਂ ਕੀਤੇ ਕੈਪਟਨ ਨੇ? ਕੋਈ ਬੰਦਾ ਕਿਸੇ ਬਿਆਨ ਦਿੱਤਾ ਵੀ ਬਹੁਤ ਵਧੀਆ ਕੰਮ ਕੀਤਾ? ਬਿਲਕੁਲ ਗਲਤ ਕੰਮ ਕੀਤਾ। ਜਿਹੜਾ ਕੈਪਟਨ ਹੁਣ ਤਾਂ ਕੱਲ ਬਿਆਨ ਆਉਂਦਾ ਕਿ ਜੇਕਰ ਜਿਸ ਤਰ੍ਹਾਂ ਹੁਣ ਆਪਾਂ ਇਸ ਸਮੇਂ ਕਹਿ ਸਕਦੇ ਕਿਸਾਨਾਂ ਵੱਲੋਂ ਇਹ ਦੁਕਾਨਾਂ ਖੁਲਾਉਣੀਆਂ ਜਾ ਰਹੀਆਂ, ਉਹਨਾਂ ਵੱਲੋਂ ਬਿਆਨ ਆਉਂਦਾ ਕੱਲ ਕਿ ਜੇਕਰ ਕੋਈ ਵੀ ਇੱਦਾਂ ਦਾ ਜਾਂ ਲਾਅ ਐਂਡ ਆਰਡਰ ਜਿਹੜਾ ਇਹ ਉਹਦੀਆਂ ਜਿਹੜੀਆਂ ਹਦਾਇਤਾਂ ਸਰਕਾਰ ਵੱਲੋਂ ਉਹ ਪੂਰੇ ਮੰਨਦਾ ਨਹੀਂ ਹੈਗਾ, ਚਾਹੇ ਉਹ ਕਿਸਾਨ ਆਗੂ ਹੋਣ ਚਾਹੇ ਆਮ ਲੋਕ ਹੋਣ, ਤਾਂ ਉਹਨਾਂ ਖਿਲਾਫ ਜਿਹੜੀ ਕਾਰਵਾਈ ਕੀਤੀ ਜਾ, ਪਰਚੇ ਦਿੱਤੇ ਜਾਣਗੇ। ਸਰਕਾਰ ਜਿਹੜੇ ਕਿਸਾਨਾਂ ਦੇ ਪਰਚੇ ਨੇ, ਕਿਸਾਨਾਂ ਦੇ ਜੂੰ ਜੰਮੇ ਜਾਦੇ ਪਰਚਾ ਇਹਨਾਂ ਦੇ ਹੈਗਾ ਜੀ। ਮੌਤ ਦਾ ਪਰਚਾ ਤਾਂ ਉਦੋਂ ਹੀ ਬਣ ਜਾਂਦਾ ਜਦੋਂ ਬੰਦਾ ਪੈਦਾ ਹੁੰਦਾ। ਸਾਨੂੰ ਪਰਚਿਆਂ ਦਾ ਕੋਈ ਡਰ ਨਹੀਂ। ਪਰਚੇ ਜਿਹੜੇ ਕਚਹਿਰੀਆਂ ਜੇਲ੍ਹਾਂ ਬਣੀਆਂ ਇਹ ਇਨਸਾਨਾਂ ਵਾਸਤੇ ਹੁੰਦੀਆਂ। ਇਹ ਹਰੇਕ ਇਨਸਾਨ ਤੇ ਹੋ ਸਕਦਾ, ਜੇ ਤੇ ਮਰਜ਼ੀ ਕੋ ਕਰਨੇ। ਸਾਨੂੰ ਇਹਨਾਂ ਪਰਚਿਆਂ ਦਾ ਕੋਈ ਡਰ ਥੋੜ੍ਹੀ ਆ।
ਅਸੀਂ ਭੁੱਖੇ ਥੋੜੀ ਮਰਨਾ, ਪਰਚੀਆਂ ਤੋਂ ਡਰਦੇ ਵੇ ਅੰਦਰ ਵੜ ਕੇ ਭੁੱਖੇ ਮਰ ਜਾਈਏ। ਆਮ ਲੋਕਾਂ ਨੂੰ ਕੀ ਕਹਿਣਾ ਚਾਹੋਗੇ? ਅਸੀਂ ਆਮ ਲੋਕਾਂ ਨੂੰ ਕਹਿਣਾ ਚਾਹੁੰਦੇ ਹਾਂ, ਆਪਣੀ ਤਾਕਤ ਦੇ ਨਾਲ, ਆਪਣੇ ਬਲ ਦੇ ਨਾਲ ਤੁਸੀਂ ਐ ਜੁਰਤ ਨਾਲ ਚੱਲੋ। ਕੋਈ ਸਰਕਾਰ ਦੀ ਸਾਨੂੰ ਭੁੱਖ ਨਹੀਂ ਆ ਕਿ ਸਰਕਾਰਾਂ ਦੇ ਕੋਲ ਰਾਧਾਂ ਲੈਣ ਦੀ ਲੋੜ ਨਹੀਂ। ਆਪਣੀ ਕਿਰਤ ਕਰਕੇ, ਮਿਹਨਤ ਕਰਕੇ ਪ੍ਰਸ਼ਾਦਾ ਛਕਣ ਦੀ ਕੋਸ਼ਿਸ਼ ਕਰੋ। ਸਰਕਾਰਾਂ ਆਟੋਮੈਟਿਕ ਹੀ ਲੱਭ ਜਾਣੀਆਂ। ਤੁਸੀਂ ਸਰਕਾਰਾਂ ਦੇ ਬੈਠੇ ਹੋ, ਕਦੇ ਆਟਾ ਡੀਕਣ ਲੱਗ ਪੈਂਦੇ ਹੋ, ਕਦੇ ਕਹਿੰਦੇ ਸਾਡੇ ਕਿਰਾਏ ਮਾਫ ਹੋ ਗਏ। ਛੋਟੀਆਂ ਰਾਧਾਂ ਦੇ ਕੇ ਜਦੋਂ ਕਿਸੇ ਨੂੰ ਨਸ਼ਾ ਦੇ ਕੇ ਅਮਲੀ ਕਰ ਦਈਏ, ਉਹ ਅਮਲੀ ਹੋ ਜਾਏ, ਉਹ ਲੋਕ ਬੋਝਦਿਲ ਹੋ ਜਾਂਦੇ। ਇਹਨਾਂ ਨੇ, ਇਹ ਸਰਕਾਰ ਨੇ ਸੋਚੀ ਹੋਵੇ ਨੇ, ਸੋਚ ਮਾਰੋ। ਇੱਥੋਂ ਮੈਂ ਪਬਲਿਕ ਨੂੰ ਸੁਨੇਹਾ ਦੇਣਾ ਚਾਹੁੰਦਾ, ਆਪਣੀ ਤਾਕਤ ਨਾਲ, ਆਪਣੇ ਬਲ ਨਾਲ ਪ੍ਰਸ਼ਾਦਾ ਖਾਣ ਦੀ, ਰੋਟੀ ਦੀ ਕਮਾਈ ਦੀ ਤਾਕਤ ਰੱਖੋ। ਕੋਈ ਲੋੜ ਨਹੀਂ ਇਹਨਾਂ ਲੋਕਾਂ ਸਰਕਾਰਾਂ ਦੇ ਮਗਰ ਲੱਗਣ ਦੀ। ਸਰਕਾਰਾਂ ਤੇ ਆਪਣੀਆਂ ਰੋਟੀਆਂ ਪਟੋਰਦੀ ਆ, ਆਪਣੀਆਂ ਸਿਆਸੀ ਗੱਲਾਂ ਕਰਦੀ ਹੈ ਕਿ ਬਹੁਤ ਚੰਗੀਆਂ ਨਹੀਂ ਹੈਗੀਆਂ। ਬੜੀਆਂ ਦੁਕਾਨਾਂ ਖੋਲ੍ਹ ਕੇ, ਵੱਡੀਆਂ ਦੁਕਾਨਾਂ ਖੋਲ੍ਹ ਕੇ ਉਹਨਾਂ ਤੋਂ ਸਿੱਧਾ ਪੈਸਾ ਲੈ ਕੇ ਚੱਲ ਰਿਹਾ ਕੰਮ। ਇੱਕ ਦਰਜੀ ਜਿਹੜਾ ਅੰਦਰ ਬਹਿ ਕੇ ਕੱਪੜੇ ਸੀਂਦਾ, ਉਹਨੇ ਸਵੇਰ ਨੂੰ ਕਿਸੇ ਨੂੰ ਸੂਟ ਦੇਣਾ ਹੋਵੇ, ਕਿਸੇ ਨੇ ਜਾਣਾ ਹੋਵੇ, ਉਹਦਾ ਸਰਕਾਰ ਤੋਂ ਇਹ ਚਲਾਨ ਕਰ ਦਿੰਦੀ ਹੈ। ਇਹ ਕੀ ਸਰਕਾਰ ਦਾ ਨਿਆਂ? ਇਹ ਠੇਕੇ ਖੁੱਲ੍ਹੇ ਰੱਖਦੇ, ਰਾਤ ਦੇ 9-10 ਵਜੇ ਤੱਕ ਠੇਕੇ ਖੁੱਲ੍ਹੇ ਰਹਿੰਦੇ ਆ। ਉਹ ਠੇਕਿਆਂ ਦੇ ਨਾਲ ਕਮਾਈ ਆ, ਗਰੀਬ ਜਿਹੜਾ ਰੋਟੀ ਕਮਾਦਾ ਉਹ ਇਹਨਾਂ ਨੂੰ ਤਕਲੀਫ ਹੁੰਦੀ ਹੈ। ਕੀ ਇਹ ਉਹ ਲੋਕ ਜਿਹੜੇ ਆ ਇਸ ਮੁਲਕ ਦੇ ਨਾਗਰਿਕ ਨਹੀਂ ਹੈ? ਉਹਨਾਂ ਰੋਟੀ ਪ੍ਰਸ਼ਾਦਾ ਨਹੀਂ ਇੱਥੇ ਖਾਣਾ ਚਾਹੀਦਾ? ਇਹਨਾਂ ਦਾ ਹੱਕ ਬਣਦਾ ਕਿ ਕਮਾ ਕੇ ਜਿੱਦਾਂ ਖਾ ਹੁੰਦੀ ਹੈ ਤੇ ਸ਼ਟਰ ਛਿੱਟ ਕੇ ਖਾਂਦੇ ਆ, ਖਾ ਲਓ। ਇਹ ਕਰੋਨਾ ਜਿਹੜਾ ਇਹ ਦੁਕਾਨਦਾਰਾਂ ਦੇ ਅਸਰ ਹੋਇਆ। ਜਿਹਦੇ ਸਰਕਾਰ ਆਪਣੀਆਂ ਰੈਲੀਆਂ ਕਰਦੀ ਹੈ, ਲੱਖਾਂ ਬੰਦੇ ਇਕੱਠੇ ਕਰ ਲੈਂਦੀ ਹੈ, ਉਹਦੇ ਨਾਲ ਕਰੋਨਾ ਕਿੱਥੇ ਚੱਲ ਜਾਂਦਾ? ਕਰੋਨੇ ਨਾਲ ਮਰਨੇ, ਨਾ ਭੁੱਖੇ ਮਾਰੇ, ਨਾ ਕਰੋਨੇ ਨਾਲ ਮਰਨਾ ਚੰਗੀ ਗੱਲ ਹੈ। ਕਰੋਨੇ 2-4 ਦਿਨ 'ਚ ਮੌਤ ਆ ਜਾਊਗੀ। ਜੇ ਭੁੱਖੇ ਮਾਰ ਕੇ ਝੁਰ ਕੇ ਮਰਨਾ, ਉਹਦੇ ਨਾਲ ਮਰਨ ਦਾ ਲਾਭ ਕੀ ਹੈ? ਜਿਹੜੀ ਸੋਚ ਲੈ ਕੇ ਕਿਸਾਨ ਆਗੂ ਇਹ ਅੱਗੇ ਤੁਰੇ ਆ, ਸੋ ਉਹਦੇ ਤਹਿਤ ਆ ਜਿਹੜੀਆਂ ਦੁਕਾਨਾਂ ਆ ਉਹ ਖੁਲਾਈਆਂ ਜਾਣਗੀਆਂ। ਪੁਲਿਸ ਪ੍ਰਸ਼ਾਸਨ ਵੀ ਜਿਹੜਾ ਇਹ ਨਾਲ ਆ, ਕਿਉਂਕਿ ਕੋਈ ਵੀ ਅਨਸੁਖਾਵੀ ਘਟਨਾ ਜਾਂ ਕੁਝ ਇੱਦਾਂ ਦਾ ਹੁੰਦਾ ਤਾਂ ਉਹਦੇ ਲਈ ਪੂਰੀ ਤਰ੍ਹਾਂ ਇਹ ਤਿਆਰੀ ਆ। ਕਿਉਂਕਿ ਇਹ ਕਿਸਾਨਾਂ ਦੇ ਆਗੂਆਂ ਵੱਲੋਂ ਵੀ ਕਿਹਾ ਗਿਆ ਕਿ ਪੂਰੀ ਕੋਆਪਰੇਟ ਜਿਹੜਾ ਕੀਤਾ ਜਾ ਰਿਹਾ ਆ ਇਹ ਪੁਲਿਸ ਪ੍ਰਸ਼ਾਸਨ ਵੱਲੋਂ ਵੀ। ਇਹ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਜਿਹੜੇ ਗਰੀਬ ਲੋਕ ਆ, ਜਿਹੜਾ ਗਰੀਬ ਤਬਕਾ ਆ, ਉਹ ਕਿਤੇ ਨਾ ਕਿਤੇ ਇਸ ਕਰੋਨੇ ਦੀ ਆੜ ਵਿੱਚ ਜਿਹੜਾ ਪ੍ਰਸ਼ਾਸਨ ਦੀਆਂ ਗਲਤ ਨੀਤੀਆਂ ਦਾ ਸ਼ਿਕਾਰ ਹੋ ਰਹੀ ਹੈ। ਸੋ ਸਾਡੇ ਨਾਲ ਜਿਹੜੀ ਆਮ ਜਨਤਾ ਹੈ ਉਹ ਵੀ ਹੈ, ਜਿਹੜੀਆਂ ਇੱਥੇ ਦੁਕਾਨਾਂ ਆ। ਮੈਡਮ ਕੀ ਕਹਿਣਾ ਚਾਹੋਗੇ ਜਿਹੜੇ ਸਰਕਾਰ ਦੇ ਵੱਖ-ਵੱਖ ਤਰ੍ਹਾਂ ਦੇ ਫੈਸਲੇ ਆ ਰਹੇ? ਜਿਸ ਤਰ੍ਹਾਂ ਪਹਿਲਾਂ ਕਿਹਾ ਸੀ ਕਿ ਜਿਹੜੀਆਂ ਗੈਰ ਜ਼ਰੂਰੀ ਦੁਕਾਨਾਂ ਆ ਉਹ ਬੰਦ ਕੀਤੀਆਂ ਜਾਣ। ਕੀ ਮੰਨਦੇ ਹੋ ਕਿ ਜਿਹੜੇ ਸਰਕਾਰ ਦੇ ਫੈਸਲੇ ਉਹ ਸਹੀ ਆ? ਬਿਲਕੁਲ ਨਹੀਂ ਸਹੀ ਸਰ, ਕੋਈ ਵੀ ਨਹੀਂ ਸਹੀ ਫੈਸਲਾ। ਜੇ ਇਹਨਾਂ ਦੇ ਜਾਨੀ ਗੈਰ ਸਮਾਨ ਦੀਆਂ ਹੈਗੀਆਂ ਵੀ ਨਹੀਂ ਉਹ ਚਾਹੀਦਾ ਸਮਾਨ ਆਪਾਂ ਨੂੰ, ਤਾਂ ਉਹਨਾਂ ਦੀਆਂ ਫੈਕਟਰੀਆਂ ਕਿਉਂ ਖੋਲੀਆਂ ਆ? ਫੈਕਟਰੀਆਂ ਹੀ ਬੰਦ ਹੋ ਜਾਣ ਫਿਰ ਕੀ ਹੈ? ਭਾਂਡਿਆਂ ਦੀ ਨਹੀਂ ਚਾਹੀਦੀ, ਸੁਨਿਆਰਾ ਨਹੀਂ ਚਾਹੀਦਾ, ਕੱਪੜਾ ਨਹੀਂ ਚਾਹੀਦਾ। ਲੋਕੀ ਨੰਗੇ ਤੁਰਨਗੇ? ਮੈਨੂੰ ਦੱਸੋ ਪਹਿਲਾਂ। ਕੱਪੜੇ ਪਾਉਣ ਦੀ ਲੋੜ ਨਹੀਂ ਲੋਕਾਂ ਨੂੰ। ਸਮਾਨ ਦਾ ਕਰਿਆਨੇ ਦੀਆਂ ਦੁਕਾਨਾਂ ਖੋਲੀਆਂ ਆ, ਠੀਕ ਹੈ ਜੀ। ਕਰਿਆਨਾ ਦਾ ਜਦੋਂ ਸਾਡੇ ਕੋਲ ਪੈਸੇ ਨਹੀਂ, ਅਸੀਂ ਕਰਿਆਨਾ ਕਿੱਥੋਂ ਲੈ ਲਾਂਗੇ ਜਾ ਕੇ? ਠੇਕੇ ਸ਼ਰਾਬ ਦੇ ਖੁੱਲੇ, ਮੀਟ ਦੀਆਂ ਦੁਕਾਨਾਂ ਖੁੱਲੀਆਂ, ਉਹ ਜ਼ਰੂਰੀ ਹੈ। ਇਹ ਕਿਸਾਨ ਆਗੂ ਜਿਹੜੀ ਇਹ ਦੁਕਾਨਾਂ ਖੁਲਾਉਣਾ ਹੈ, ਕੀ ਇਹਨਾਂ ਸਮਰਥਨ ਕਰਦੇ ਹੋ? ਅਸੀਂ ਕਿਸਾਨਾਂ ਦੇ ਨਾਲ ਆ ਜੀ, ਸਿੱਧੀ ਗੱਲ ਆ। ਪਰ ਕੈਪਟਨ ਹੁਣੀ ਤਾਂ ਕਿਹਾ ਵੀ ਜਿਹੜੇ ਵੀ ਕੋਈ ਵੀ ਦੁਕਾਨਦਾਰ ਹੈ ਚਾਹੇ ਕਿਸਾਨ, ਉਹਨਾਂ ਤੇ ਪਰਚੇ ਕੀਤੇ ਜਾਣਗੇ। ਬਿਲਕੁਲ ਗਲਤ ਹੈ ਜੀ। ਅੱਜ ਤੱਕ ਜੋ ਹੋਇਆ ਗਲਤ ਹੀ ਹੁੰਦਾ ਆਇਆ। ਕਦੀ ਠੀਕ ਕੀਤਾ ਇਹਨਾਂ ਨੇ? ਕਦੀ ਵੀ ਨਹੀਂ ਠੀਕ ਕੀਤਾ, ਨਾ ਇਹਨਾਂ ਨੇ ਕਰਨਾ ਕੁਝ ਵੀ ਸਰਕਾਰ ਨੇ। ਜਾਨੀ ਤੁਸੀਂ ਸਿੱਧੇ ਤੌਰ ਤੇ ਕਹਿ ਸਕਦੇ ਵੀ ਕਿਸਾਨਾਂ ਦੇ ਨਾਲ ਹੋ? ਅਸੀਂ ਕਿਸਾਨਾਂ ਦੇ ਨਾਲ ਆ ਜੀ, ਬਿਲਕੁਲ ਨਾਲ ਆ, 100% ਨਾਲ ਆ ਜੀ। ਸੋ ਤੁਸੀਂ ਦੇਖਿਆ ਕਿ ਜਿਹੜੇ ਆਮ ਲੋਕ ਹੈ ਉਹ ਵੀ ਕਿਤੇ ਨਾ ਕਿਤੇ ਜਿਹੜੀਆਂ ਸਰਕਾਰ ਦੀਆਂ ਹਦਾਇਤਾਂ ਹੈ ਜਾਂ ਸਰਕਾਰ ਦੇ ਜਿਹੜੇ ਫੈਸਲੇ ਆ ਰਹੇ ਉਹਨਾਂ ਤੋਂ ਅੱਕੇ ਹੋਏ ਦਿਖਾਈ ਦੇ ਰਹੇ ਆ, ਤੇ ਕਿਸਾਨਾਂ ਦੇ ਨਾਲ ਜਿਹੜੀਆਂ ਆਪਣੀਆਂ ਦੁਕਾਨਾਂ ਖੋਲ੍ਹਣ ਲਈ ਉਹ ਤਿਆਰ ਨੇ। ਸੋ ਸਾਡੇ ਨਾਲ ਇਹ ਦੁਕਾਨਦਾਰ ਭਰਾ ਨੇ। ਭਾਜੀ ਕਾਹਦੀ ਦੁਕਾਨ ਹੈ ਪਹਿਲਾਂ ਤੇ ਇਹ ਦੱਸੋ? ਹੇਅਰ ਕਟਿੰਗ ਦੀ ਹੈ ਜੀ। ਅੱਛਾ, ਜਿਸ ਤਰ੍ਹਾਂ ਕਿਸਾਨ ਆਗੂ ਤੁਹਾਡੇ ਨਾਲ ਹੈ, ਕੀ ਖੋਲੋਗੇ ਦੁਕਾਨ? ਜੀ ਮੈਂ ਖੋਲੂੰਗਾ ਜੀ, ਜੋ ਕਰਨਾ ਕਰ ਲੈਣ, ਮੈਂ ਖੋਲੂੰਗਾ। ਆਪਣੇ ਬੱਚੇ ਮੈਂ ਪਾਲਣੇ ਆ, ਠੀਕ ਨਹੀਂ ਜੀ? ਸੋ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ, ਜੇ ਕੋਈ ਇਹਨਾਂ ਦੇ ਪ੍ਰਸ਼ਾਸਨ ਕਾਰਵਾਈ ਕਰਦਾ ਅਸੀਂ ਉਹਦਾ ਵਿਰੋਧ ਕਰਾਂਗੇ। ਅਸੀਂ ਆਪਣੇ ਢੰਗ ਨਾਲ ਸਾਰਾ ਵਿਰੋਧ ਕਰਾਂ। ਜੇ ਕੋਈ ਪ੍ਰਸ਼ਾਸਨ ਇਹ ਤੇ ਕਾਰਵਾਈ ਕਰਦਾ ਆਉਣਾ ਆ, ਜੇ ਇਹਨਾਂ ਦਾ ਕੋਈ ਕਾਰਵਾਈ ਕਰਦਾ ਪ੍ਰਸ਼ਾਸਨ, ਅਸੀਂ ਉਹਨਾਂ ਦਾ ਵਿਰੋਧ ਕਰਾਂਗੇ ਪ੍ਰਸ਼ਾਸਨ ਦਾ। ਬਾਕੀ ਦੇ ਦੁਕਾਨਦਾਰਾਂ ਨੂੰ ਕੀ ਕਹਿਣਾ ਚਾਹੋਗੇ? ਜਿਹੜੇ ਉਹਨਾਂ ਨੂੰ ਵੀ ਬੇਨਤੀ ਕਰਦੇ ਵੱਧ ਤੋਂ ਵੱਧ ਦੁਕਾਨਾਂ ਖੋਲੋ। ਰੋਟੀ ਕਿੱਥੋਂ ਖਾਣੀ ਆ? ਮੈਂ ਕਿੱਥੋਂ ਆਪਣੇ ਬੱਚੇ ਪਾਲੂੰਗਾ ਜੀ? ਠੀਕ ਨਹੀਂ? ਸ਼ਰਾਬ ਜ਼ਿਆਦਾ ਜ਼ਰੂਰੀ ਆ, ਠੀਕ। ਬੱਸਾਂ ਚੱਲਦੀਆਂ, ਉਹਦੇ ਵਿੱਚ ਸਵਾਰੀਆਂ 25 ਕਹਿੰਦੇ 50 ਸਵਾਰੀਆਂ ਬੈਠੀਆਂ। ਮੈਂ ਕਿੱਥੋਂ ਆਪਣੇ ਬੱਚੇ ਪਾਲਣੇ? ਮੈਂ ਵੀ ਤਾਂ ਕੰਮ ਕਰਕੇ ਹੀ ਰੋਟੀ ਦੇਣੀ ਆ। ਹਾਂਜੀ। ਸੋ ਦੇਖ ਸਕਦੇ ਹਾਂ ਕਿ ਆਪਾਂ ਕਿਤੇ ਨਾ ਕਿਤੇ ਜਿਹੜਾ ਇਹ ਇੱਕ ਆਮ ਨਾਗਰਿਕ ਹੈ, ਜਿਹਦਾ ਉਹਦਾ ਦਰਦ ਨਿਕਲ ਕੇ ਬਾਹਰ ਆ ਰਿਹਾ ਕਿ ਕਿਸ ਤਰ੍ਹਾਂ ਉਹ ਜਿਹੜਾ ਆਪਣੇ ਘਰ ਦਾ ਗੁਜ਼ਾਰਾ ਕਰਦਾ ਹੈ। ਮਜ਼ਦੂਰ ਏਕਤਾ ਜਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਮੋਦੀ ਸਰਕਾਰ ਮੁਰਦਾਬਾਦ, ਮੋਦੀ ਸਰਕਾਰ ਮੁਰਦਾਬਾਦ। ਸਾਡੇ ਹੱਕ ਇੱਥੇ ਰੱਖ, ਸਾਡੇ ਹੱਕ ਇੱਥੇ ਰੱਖ, ਸਾਡੇ ਹੱਕ ਇੱਥੇ ਰੱਖ। ਸੈਂਟਰ ਸਰਕਾਰ ਮੁਰਦਾਬਾਦ। ਕਾਲੇ ਕਾਨੂੰਨ ਵਾਪਸ ਕਰੋ, ਕਾਲੇ ਕਾਨੂੰਨ ਵਾਪਸ ਕਰੋ। ਜਿਹੜੇ ਕਿ ਅਸੀਂ ਭਾਰਤੀ ਕਿਸਾਨ ਯੂਨੀਅਨ ਅੱਜ ਦੁਕਾਨਾਂ ਖਿਲਾਉਣ ਵਾਸਤੇ ਗਏ ਆ, ਜਿਹੜਾ ਦੁਕਾਨਦਾਰਾਂ ਨੂੰ ਥੋੜ੍ਹਾ ਹੰਗਾਰਾ ਇਸ ਕਰਕੇ ਘੱਟ ਮਿਲਿਆ ਕਿ ਜਿਹੜਾ ਦੁਕਾਨਦਾਰ ਆ ਉਹ ਡਰਿਆ ਬਹੁਤ ਆ, ਕਿਉਂਕਿ ਉਹ ਇਕੱਲਾ ਆਦਮੀ ਉਹੀ ਕਮਾਈ ਕਰਨ ਵਾਲਾ, ਕਿਰਤ ਕਰਨ ਵਾਲਾ, ਉਹ ਪਰਚੇ ਤੋਂ ਡਰੀ ਜਾਂਦਾ। ਸਰਕਾਰ ਦੇ ਪਰਚੇ ਦਾ ਡਰ ਕਰਕੇ ਹੀ ਉਹ ਥੋੜ੍ਹਾ ਜਿਹਾ ਨਾਲ, ਉੱਦਾਂ ਸਾਡੇ ਨਾਲ ਆ, ਬਿਲਕੁਲ ਨਾਲ ਖੜੇ ਆ, ਕਹਿੰਦੇ ਅਸੀਂ ਤੁਹਾਡੇ ਨਾਲ ਖੜੇ ਆ,
ਪਰ ਥੋੜਾ ਡਰਦੇ ਆ ਇਹ ਪਰਚੀਆਂ ਪੁਰਚੀਆਂ ਤੋਂ। ਪਰ ਫੇਰ ਵੀ ਤੁਹਾਨੂੰ ਲੱਗਦਾ ਨਹੀਂ ਕਿ ਜਿਸ ਤਰ੍ਹਾਂ ਆਪਾਂ ਨਾਰਮਲੀ ਹੁਣ ਦੀ ਗੱਲ ਕੀਤੀ ਕਿ ਗਰੀਬ ਤਬਕੇ ਦੇ ਲੋਕ ਆ, ਪਰ ਇੱਕ ਪਾਸੇ ਤੋਂ ਕਹਿ ਰਹੇ ਕਿ ਸਾਡੀਆਂ ਦੁਕਾਨਾਂ ਬੰਦ ਕਰਾ ਕੇ ਸਾਡੀ ਰੋਜੀ ਰੋਟੀ ਜਿਹੜੀ ਉਹ ਜਾਂਦੀ ਲੱਗ ਜਾ ਰਹੀ ਆ, ਪਰ ਫਿਰ ਹੁਣ ਜੇ ਕਿਸਾਨ ਯੂਨੀਅਨ ਉਹਨਾਂ ਦੇ ਨਾਲ ਖੜੀ ਆ ਤੇ ਇੱਥੋਂ ਤੱਕ ਵੀ ਕਿਸਾਨਾਂ ਨੇ ਕਹਿ ਦਿੱਤਾ ਕਿ ਜੇਕਰ ਉਹਨਾਂ ਦੇ ਪਰਚੇ ਹੁੰਦੇ ਉਹ ਵੀ ਕਿਸਾਨ ਨਾਲ ਰਲ ਕੇ ਜਿਹੜਾ ਉਹਨਾਂ ਦੇ ਲੜਾਈ ਲੜਨਗੇ, ਤਾਂ ਤੁਹਾਨੂੰ ਲੱਗਦਾ ਨਹੀਂ ਕਿ ਉਹਨਾਂ ਨੂੰ ਆਣ ਕੇ ਬਾਹਰ ਆਣ ਕੇ ਜਿਹੜਾ ਸਾਥ ਦੇਣਾ ਚਾਹੀਦਾ, ਕਿਉਂਕਿ ਜਿਹੜੀ ਲੜਾਈ ਹੈ ਇਕੱਠੇ ਹੋ ਕੇ ਲੜੀ ਜਾ ਸਕਦੀ ਹੈ। ਜਿੰਨਾ ਚਿਰ ਆਪਾਂ ਇਕੱਠੇ ਸਾਰੇ ਹੁੰਦੇ, ਕਿਸਾਨ ਜਾਨੀ ਦੁਕਾਨਦਾਰ ਮਜ਼ਦੂਰ ਸਾਰੇ ਇਕੱਠੇ ਹੋ ਕੇ ਲੜਾਈ ਲੜਾਂਗੇ ਤੇ ਲੜਾਈ ਦੀ ਤਾਂ ਹੀ ਸਾਡੀ ਜਿੱਤ ਹੋਣੀ ਆ। ਜਿਹੜੇ ਦੁਕਾਨਦਾਰ ਆ ਡਰਿਓ ਕਰਕੇ ਹੀ ਥੋੜੇ ਇਸ ਤਰ੍ਹਾਂ ਵਿਚਾਰੇ ਘਬਰਾ ਜਾਂਦੇ ਆ ਵੀ ਸਾਡੇ ਤੇ ਕੀ ਹੋ ਜਾ। ਅਸੀਂ ਤਾਂ ਉਹਨੂੰ ਇਹ ਵੀ ਗੱਲ ਕਹਿ ਦਿੱਤੀ ਆ ਵੀ ਜਿਹੜਾ ਤੁਹਾਡੇ ਤੇ ਪਰਚਾ ਕਰਦਾ, ਸਾਡੇ ਤੁਸੀਂ ਟੂਲ ਪਲਾਜ਼ੇ ਦਾ ਲੈ ਕੇ ਨੰਬਰ ਸਾਡੇ ਤੇ ਪਰਚਾ ਕਰਾ ਦਿਓ, ਅਸੀਂ ਪਰਚਾ ਕਰਾਉਣ ਨੂੰ ਅਸੀਂ ਤਿਆਰ ਆ। ਉਹ ਕਹਿ ਦੇਣ ਇਹਨਾਂ ਨੇ ਖਿਲਾਏ ਆ, ਅਸੀਂ ਉਹ ਪਰਚੇ ਨੂੰ ਝੱਲਾਂਗੇ ਜੋ ਵੀ ਹੋਊਗਾ। ਇਸ ਕਰਕੇ ਲੋਕਾਂ ਦੇ ਥੋੜ੍ਹਾ ਜਿਹਾ ਮਨਾਂ ਵਿੱਚ ਡਰ ਜਿਹਾ ਪਾਇਆ ਕਰਕੇ, ਡਰਾ ਦਿੱਤੇ ਕਰਕੇ। ਇੱਕ ਤਾਂ ਲੋਕੀ ਬਿਮਾਰੀ ਤੋਂ ਡਰਾਏ ਖੜੇ ਆ, ਜਿਹੜੀ ਬਿਮਾਰੀ ਆ ਇਹ ਤਾਂ ਜਿਹੜਾ ਕਰੋਨਾ ਇਹ ਤੋਂ ਬਿਨਾਂ ਵੀ ਜਿੱਦਣ ਵਕਤ ਆਉਣਾ ਬੰਦੇ ਦਾ ਆ ਜਾਣਾ ਆ, ਪਰ ਲੋਕੀ ਡਰਦੇ ਕਰੋਨੇ ਤੋਂ ਡਰਨੋਂ ਹਟ ਚੁੱਕੇ ਆ। ਪਰ ਲੇਕਿਨ ਹੁਣ ਸਰਕਾਰ ਜਿਹੜੀ ਆ ਜਿਹੜੀਆਂ ਇਹਦੀਆਂ ਵਧੀਕੀਆਂ ਕਰ ਰਹੀ ਆ, ਲੋਕ ਤੇ ਛੋਟੇ ਬੰਦਿਆਂ ਨੂੰ ਡਰਾ ਰਹੀ ਆ, ਦੁਕਾਨਦਾਰਾਂ ਨੂੰ ਡਰਾ ਦਿੰਦੀ ਆ। ਕਈ ਦੁਕਾਨਦਾਰ ਵਿਚਾਰੇ ਏਡੇ ਭੋਲੇ ਆ, ਡਰਾਕਲ ਕਰਕੇ ਮਸੀਂ ਆਪਣਾ ਗੁਜ਼ਾਰਾ ਚਲਾਉਂਦੇ ਆ, ਰੋਂਦੇ ਕਰਾਉਂਦੇ ਰੋਟੀ ਕਮਾਉਂਦੇ ਆ। ਉਹ ਇਹਨਾਂ ਗੱਲਾਂ ਤੋਂ ਡਰਦੇ ਕਰਕੇ ਉਹਨਾਂ ਤੋਂ ਉਹ ਸਾਥ ਦੇਣ ਨੂੰ ਤਾਂ ਬਿਲਕੁਲ ਨਾਲ ਖੜੇ ਆ, ਪਰ ਥੋੜਾ ਉਹਨਾਂ ਦੇ ਅੰਦਰ ਡਰ ਆ ਵੀ ਸਾਡੇ ਤੇ ਬੋਝ ਨਾ ਪੈ ਜਾਵੇ, ਇੰਨੀ ਗੱਲ ਦਾ ਡਰ ਰੱਖਦੇ ਆ ਉਹ। ਪਰ ਅਸੀਂ ਇਹ ਚਾਹੁੰਦੇ ਆ ਵੀ ਕੋਈ ਉਹਨਾਂ ਤੇ ਬੋਝ ਨਹੀਂ ਪੈਂਦਾ। ਇਹ ਜਿਸ ਤਰ੍ਹਾਂ ਸਰਕਾਰ ਇਹਦਾ ਤਾਨਾਸ਼ਾਹੀ ਕਰ ਰਹੀ ਆ, ਇਹ ਸਰਕਾਰ ਦੀਆਂ ਇੱਦਾਂ ਤਾਨਾਸ਼ਾਹੀਆਂ ਚੱਲਦੀਆਂ ਰਹਿਣੀਆਂ ਜੇ ਲੋਕ ਇਕੱਠੇ ਨਾ ਹੋ ਸਕੇ। ਇਸ ਕਰਕੇ ਇਹਨਾਂ ਨੂੰ ਸਾਰਿਆਂ ਨੂੰ ਵੱਧ ਚੜ੍ਹ ਕੇ ਇਕੱਠੇ ਹੋਣਾ ਚਾਹੀਦਾ, ਇੱਕ ਦੂਜੇ ਮੋਢੇ ਨਾਲ ਮੋਢਾ ਜੋੜ ਕੇ ਚੱਲਣਾ ਚਾਹੀਦਾ, ਫੇਰ ਹੀ ਅਸੀਂ ਇਸ ਆਪਾਂ ਜਿੱਤ ਪ੍ਰਾਪਤ ਕਰ ਸਕਦੇ ਹਾਂ। ਲਾਸਟ ਵਿੱਚ ਆਮ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਅਸੀਂ ਤੇ ਦੇਣਾ ਚਾਹੁੰਦੇ ਕਿ ਸਰਕਾਰ ਕੋਈ ਵੀ ਤੁਹਾਨੂੰ ਰਾਹ ਦਿੰਦੀ ਹੈ ਉਸ ਰਾਹ ਦਾ ਧਿਆਨ ਨਾ ਰੱਖਿਓ। ਸਾਨੂੰ ਰਵਿਦਾਸ ਮਹਾਰਾਜ ਨੇ, ਗੁਰੂ ਨਾਨਕ ਪਾਤਸ਼ਾਹ ਨੇ ਦੱਸਿਆ ਆਪਣੀ ਕਿਰਤ ਕਰਕੇ ਆਪਣੀ ਕਿਰਤ ਦਾ ਪ੍ਰਸ਼ਾਦਾ ਖਾਓ, ਇਹਨਾਂ ਨਾਲ ਧਿਆਨ ਨਾ ਰੱਖੋ, ਇਹਨਾਂ ਤੋਂ ਕੁਝ ਲੈਣ ਦੀ ਲੋੜ ਨਹੀਂ। ਜੇ ਸਾਨੂੰ ਕੋਈ ਦਿੰਦੇ ਅਸੀਂ ਕਹਿਣਾ ਅਸੀਂ ਨਹੀਂ ਲੈ ਸਕਦੇ, ਸਾਨੂੰ ਕੰਮ ਖੋਲ੍ਹ ਕੇ ਦਿਓ, ਅਸੀਂ ਕੰਮ ਕਰਕੇ ਰੋਟੀ ਖਾਣ ਵਾਲੇ ਲੋਕ ਆ। ਸਾਡੇ ਲੋਕਾਂ ਨੂੰ, ਪੰਜਾਬੀਆਂ ਨੂੰ ਦੇਸ਼ਾਂ ਵਿਦੇਸ਼ਾਂ 'ਚ ਮੰਨਦੇ ਕਿਉਂ ਮੰਨਦੇ ਆ ਵੀ ਕਿਰਤੀ ਆ, ਮਿਹਨਤੀ ਆ। ਇਹ ਸਾਡੀ ਮਿਹਨਤ ਨਹੀਂ ਸਾਨੂੰ ਦੇ ਰਹੇ, ਸਾਨੂੰ ਸਾਡੀ ਮਿਹਨਤ ਖੋ ਰਹੀ ਹੈ ਸਰਕਾਰ। ਮੈਂ ਤੇ ਇਹ ਲੋਕਾਂ ਨੂੰ ਇਹ ਸਾਰਿਆਂ ਨੂੰ ਅਪੀਲ ਕਰੂੰਗਾ ਇਹ ਵੱਧ ਚੜ੍ਹ ਕੇ ਕਮਾਈ ਕਰਨ, ਮਿਹਨਤ ਕਰਨ, ਇਹ ਲੋਕਾਂ ਦੀਆਂ ਇਰਾਦਾਂ ਤੋਂ, ਸਰਕਾਰਾਂ ਦੀਆਂ ਇਰਾਦਾਂ ਤੋਂ ਬਿਲਕੁਲ ਨਾ ਧਿਆਨ ਰੱਖਣ। ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ। ਬਹਿਰਾਮ ਜਿਹੜਾ ਟੂਲ ਪਲਾਜ਼ਾ ਹੈ ਉਹਦੇ ਤੇ ਜਦੋਂ ਤੋਂ ਜਿਹੜਾ ਕਿਸਾਨ ਸੰਘਰਸ਼ ਇਹ ਮੋਰਚਾ ਲੱਗਾ ਹੋਇਆ ਦਿੱਲੀ ਵਿਖੇ, ਉਹ ਤੋਂ ਪਹਿਲਾਂ ਦਾ ਜਿਹੜਾ ਇੱਥੇ ਇਹ ਕਿਸਾਨ ਡਟ ਕੇ ਖੜੇ ਹੋਏ ਨੇ, ਟੋਲ ਪਲਾਜ਼ਾ ਫ੍ਰੀ ਕਰਵਾਇਆ ਹੋਇਆ ਤੇ ਸੰਘਰਸ਼ ਜਿਹੜਾ ਜਾਰੀ ਆ। ਜਿਸ ਤਰ੍ਹਾਂ ਹੁਣ ਆਪਾਂ ਗੱਲ ਕਰੀਏ ਕਿ ਪਹਿਲਾਂ ਇਹ ਜਿਹੜੀ ਲੜਾਈ ਸੀ ਉਹ ਕੇਂਦਰ ਖਿਲਾਫ ਲੜਾਈ ਲੜੀ ਜਾ ਰਹੀ ਸੀ, ਪਰ ਹੁਣ ਵਿੱਚ ਹੀ ਫੇਰ ਜਿਹੜਾ ਕਰੋਨਾ ਇੱਕ ਵਾਰ ਫੇਰ ਆ ਗਿਆ, ਕਿਉਂਕਿ ਇੱਕ ਟਾਈਮ ਉਹ ਸੀ ਜਦੋਂ ਸਭ ਕੁਝ ਸਹੀ ਹੋਣਾ ਸ਼ੁਰੂ ਹੋ ਗਿਆ ਸੀ, ਪਰ ਫਿਰ ਦੁਬਾਰਾ ਕਰੋਨਾ ਆ ਗਿਆ ਤੇ ਕਰੋਨਾ ਨੇ ਹਾਲਾਤ ਵੀ ਆਪਾਂ ਦੇਖ ਸਕਦੇ ਹਾਂ ਕਿ ਬਹੁਤ ਮਾੜੇ ਕੀਤੇ ਹੋਏ ਆ। ਪਰ ਉਹਦੇ ਵਿੱਚ ਜਿਹੜੇ ਸਰਕਾਰਾਂ ਦੇ ਫੈਸਲੇ ਆਉਂਦੇ, ਖਾਸ ਕਰ ਜਿਹੜਾ ਗਰੀਬ ਤਬਕਾ ਹੈ, ਜਿਹੜੇ ਦੁਕਾਨਦਾਰ ਭਾਈ ਆ, ਉਹਨਾਂ ਲਈ ਫੈਸਲੇ ਆਉਂਦੇ ਆ ਕਿ ਦੁਕਾਨਾਂ ਬੰਦ ਕੀਤੀਆਂ ਜਾਣ, ਜਾਂ ਫਿਰ ਇੱਥੋਂ ਤੱਕ ਕਹਿ ਦਿੱਤਾ ਕਿ ਗੈਰ ਜ਼ਰੂਰੀ ਜਿਹੜੀਆਂ ਦੁਕਾਨਾਂ ਦਾ ਕਰਾਰ ਦਿੱਤੀਆਂ ਗਈਆਂ। ਪਰ ਜਿਹੜੇ ਦੁਕਾਨਦਾਰ ਉਹਨਾਂ ਦਾ ਕਹਿਣਾ ਹੈ ਕਿ ਸਾਡੀਆਂ ਜਿਹੜੀਆਂ ਦੁਕਾਨਾਂ ਉਹ ਗੈਰ ਜ਼ਰੂਰੀ ਕਿਵੇਂ ਹੋ ਸਕਦੀਆਂ, ਜਿਹੜਾ ਇੱਕ ਪਰਿਵਾਰ ਜਿਹੜਾ ਪਾਲਦੇ, ਬੱਚੇ ਪਾਲਦੇ ਸਾਡੇ, ਉਹਨਾਂ ਨੂੰ ਤੁਸੀਂ ਗੈਰ ਕਾਨੂੰਨੀ ਕਹਿ ਕੇ ਬੰਦ ਕਰਾਓ, ਕਿਤੇ ਨਾ ਕਿਤੇ ਰੋਸ ਹੈ ਉਹਨਾਂ ਵਿੱਚ। ਤੇ ਅੱਜ ਜਿਹੜੇ ਕਿਸਾਨ ਯੂਨੀਅਨ ਆ ਇਹ ਦੁਆਬਾ ਵੱਲੋਂ ਬਹਿਰਾਮ ਵਿਖੇ ਜਿਹੜੀਆਂ ਦੁਕਾਨਾਂ ਖੁਲਵਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਆਪਾਂ ਦੇਖਿਆ ਕਿ ਹੁੰਗਾਰਾ ਨਹੀਂ ਮਿਲਿਆ। ਇੱਕ ਦੋ ਦੁਕਾਨਾਂ ਨੂੰ ਛੱਡ ਕੋਈ ਦੁਕਾਨਦਾਰ ਇਹ ਉੱਥੇ ਨਹੀਂ ਪਹੁੰਚ। ਕੀ ਮੇਨ ਕਾਰਨ ਮੰਨਦੇ ਹੋ? ਅਵੇਅਰਨੈਸ ਹੈ ਨਹੀਂ ਗੀ, ਜਾਂ ਫਿਰ ਹੱਲੇ ਵੀ ਜਿਹੜੇ ਆਮ ਲੋਕ ਉਹਨਾਂ ਵਿੱਚ ਡਰ ਆ ਸਰਕਾਰ ਦਾ ਇਹ ਕਿ ਉਹਨਾਂ ਦੇ ਪਰਚੇ ਨਾ ਕਿਤੇ ਹੋ ਜਾਣ? ਦੇਖੋ ਜਿਹੜੀ ਮਹਾਮਾਰੀ ਆ ਇਹ ਤਾਂ ਸਦੀ ਦੇ ਵਿੱਚ ਇੱਕ ਵਾਰ ਜਿਹੜੀ ਪਹਿਲਾਂ ਵੀ ਆਉਂਦੀ ਰਹੀ ਆ। ਸਵਾਈਨ ਫਲੂ ਇੱਥੇ ਆਇਆ, ਪਲੇਗ ਫੈਲੀ ਤੇ ਹੋਰ ਬਹੁਤ ਸਾਰੀਆਂ ਜਿਹੜੀਆਂ ਆ ਬਿਮਾਰੀਆਂ ਆਈਆਂ, ਦੁਨੀਆ ਦੇ ਵਿੱਚ ਆਈਆਂ, ਔਰ ਉਹਨਾਂ ਦਾ ਜਿਹੜਾ ਆ ਲੋਕਾਂ ਨੇ ਡਟ ਕੇ ਮੁਕਾਬਲਾ ਕੀਤਾ, ਸਰਕਾਰਾਂ ਨੇ ਵੀ ਕੀਤਾ। ਪਰ ਪਿਛਲੀ ਵਾਰ ਜਿਸ ਵੇਲੇ ਕਰੋਨਾ ਦੀ ਜਿਹੜੀ ਲਹਿਰ ਚੱਲੀ ਆ ਤੇ ਲੋਕਾਂ ਦਾ ਬਹੁਤ ਨੁਕਸਾਨ ਹੋਇਆ, ਕਿ ਜਿੰਨੇ ਵੀ ਪ੍ਰਵਾਸੀ ਮਜ਼ਦੂਰ ਸੀਗੇ, ਦੂਸਰੇ ਰਾਜਾਂ ਤੋਂ ਆਏ ਹੋਏ ਸੀਗੇ, ਸਾਡੇ ਪੰਜਾਬ ਦੇ ਵਿੱਚ ਫੈਕਟਰੀਆਂ ਦੇ ਵਿੱਚ ਕੰਮ ਕਰਦੇ ਸੀਗੇ, ਉਹਨਾਂ ਸਾਰਿਆਂ ਦੀ ਰੋਟੀ ਰੋਜੀ ਬੰਦ ਹੋ ਗਈ, ਔਰ ਉਹਨਾਂ ਨੂੰ ਜਿਹੜਾ ਆ ਪੈਦਲ ਦੂਸਰੇ ਰਾਜਾਂ ਦੇ ਵਿੱਚ ਜਾਣਾ ਪਿਆ। ਉਹਨਾਂ ਨੂੰ ਕੋਈ ਇੱਥੋਂ ਪੈਸਾ ਵੀ ਨਹੀਂ ਮਿਲਿਆ ਤੇ ਬਾਕੀ ਉਹਨਾਂ ਦਾ ਜਿਹੜਾ ਆ ਰੋਟੀ ਰੋਜੀ ਜਿਹੜੀ ਉਹਨਾਂ ਦੀ ਜਾਂਦੀ ਲੱਗੀ। ਹੁਣ ਫੇਰ ਜਿਹੜੀ ਆ ਕਰੋਨਾ ਦੀ ਜਿਹੜੀ ਦੂਸਰੀ ਲਹਿਰ ਆ ਉਹ ਸ਼ੁਰੂ ਹੋ ਗਈ। ਜਿੱਦਾਂ ਪਹਿਲਾਂ ਲੋਕਡਾਊਨ ਲਾਇਆ ਸੀਗਾ, ਇਸੇ ਤਰ੍ਹਾਂ ਸਰਕਾਰ ਜਿਹੜੀ ਆ ਹੁਣ ਵੀ ਲੋਕਡਾਊਨ ਲਾਉਣ ਦੀ ਕੋਸ਼ਿਸ਼ ਕਰ ਰਹੀ ਆ। ਦੁਕਾਨਾਂ ਦੇ ਜਿਹੜੇ ਟਾਈਮ ਆ ਉਹਨਾਂ ਨੂੰ ਬਦਲਿਆ ਜਾ ਰਿਹਾ। ਸਵੇਰ ਤੋਂ ਮਤਲਬ ਆ 9 ਵਜੇ ਤੋਂ ਲੈ ਕੇ 5 ਵਜੇ ਤੱਕ ਜਿਹੜੀਆਂ ਦੁਕਾਨਾਂ ਉਹ ਖੋਲ੍ਹਣ ਦਾ ਜਿਹੜਾ ਐਲਾਨ ਕੀਤਾ ਗਿਆ। ਦੇਖੋ ਜਿਹੜੇ ਲੋਕ ਆ ਉਹ ਕਰੋਨਾ ਦੇ ਨਾਲ ਤਾਂ ਜਦੋਂ ਮਰਨਗੇ,
ਇਹ ਵੱਖਰੀ ਗੱਲ ਆ, ਪਰ ਜਿਹੜੇ ਲੋਕ ਆ ਭੁੱਖ ਦੇ ਨਾਲ ਜਿਹੜੇ ਆ ਜ਼ਰੂਰ ਮਰਨਗੇ। ਕਰੋਨਾ ਨਾ ਤਾਂ ਜਿਹੜੇ ਬੰਦੇ ਆ ਬਚ ਵੀ ਸਕਦੇ ਆ, ਪਰ ਭੁੱਖ ਦੇ ਨਾਲ ਜਿਹੜੇ ਆ ਮਰ ਸਕਦੇ। ਦੇਖੋ ਦੁਕਾਨਦਾਰਾਂ ਨੂੰ ਜਿਹੜਾ ਆ ਉਹ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ, ਕਿਸੇ ਗੱਲੋਂ ਡਰਨਾ ਨਹੀਂ ਚਾਹੀਦਾ, ਪਰਚਿਆਂ ਤੋਂ ਨਹੀਂ ਡਰਨਾ ਚਾਹੀਦਾ। ਜੇ ਸਾਡੇ ਕੋਲ ਰੋਜੀ ਰੋਟੀ ਹੈ ਨਹੀਂ, ਸਰਕਾਰ ਕੋਈ ਰੋਜੀ ਰੋਟੀ ਦਾ ਪ੍ਰਬੰਧ ਨਹੀਂ ਕਰ ਰਹੀ, ਤਾਂ ਅਸੀਂ ਭੁੱਖੇ ਮਰ ਕੇ ਵੀ ਮਰਾਂਗੇ ਹੀ, ਫਿਰ ਕਿੱਧਰ ਨੂੰ ਜਾਵਾਂਗੇ। ਕਰੋਨਾ ਦੇ ਨਾਲ ਤਾਂ ਮੌਤ ਜਦੋਂ ਆਊਗੀ। ਪਰਚਿਆਂ ਦੇ ਕੋਲੋਂ ਇੰਨਾ ਨਹੀਂ ਡਰਨਾ ਚਾਹੀਦਾ ਕਿ ਉਹ ਪਰਚੇ ਤਾਂ ਜਿਹੜੇ ਆ ਪਰਚੇ ਹੁੰਦੇ ਰਹਿਣਗੇ, ਪਰ ਭੁੱਖ ਦੇ ਨਾਲ ਜੇ ਅਸੀਂ ਮਰ ਗਏ ਫਿਰ ਸਾਡਾ ਜਿਹੜਾ ਉਹ ਬਾਲੀ ਵਾਰਸ ਕੌਣ ਹੋਊਗਾ। ਬਾਕੀ ਦੂਸਰੀ ਗੱਲ ਆ ਕਿ ਜਿਹੜੀਆਂ ਦੁਕਾਨਦਾਰਾਂ ਨੇ ਦੁਕਾਨਾਂ ਨਹੀਂ ਖੋਲੀਆਂ, ਇਹਦੇ ਵੀ ਕਈ ਕਾਰਨ ਆ। ਕਿਉਂ ਕੁਝ ਸਾਡੇ ਦੇ ਵਿੱਚ ਤਿਆਰੀ ਦੀ ਘਾਟ ਵੀ ਰਹਿ ਗਈ ਆ। ਇੱਥੇ ਬਰਾਮ ਦੇ ਵਿੱਚ ਸਾਡੇ ਕੋਲੋਂ ਕੱਲ ਅਨਾਉਂਸਮੈਂਟ ਨਹੀਂ ਹੋ ਸਕੀ। ਸਾਨੂੰ ਚਾਹੀਦਾ ਸੀਗਾ ਕਿ ਅਸੀਂ ਅਨਾਉਂਸਮੈਂਟ ਕਰਦੇ, ਜਿਸ ਵੇਲੇ ਦੁਕਾਨਾਂ ਖੁੱਲੀਆਂ ਸੀਗੀਆਂ, ਖੁੱਲੀਆਂ ਦੁਕਾਨਾਂ ਤੇ ਅਨਾਉਂਸਮੈਂਟ ਕਰਦੇ। ਅਸੀਂ ਦੁਕਾਨਦਾਰਾਂ ਨੂੰ ਅਪੀਲ ਕਰਦੇ ਕਿ ਤੁਸੀਂ ਕੱਲ ਨੂੰ ਆਓ, ਆਪਣੀਆਂ ਦੁਕਾਨਾਂ ਖੋਲੋ। ਕਰੋਨਾ ਤਾਂ ਪਤਾ ਨਹੀਂ ਕਿੰਨੀ ਦੇਰ ਤੱਕ ਇੱਥੇ ਰਹਿਣਾ ਆ, ਇਹ ਸਾਡੇ ਕੋਲੋਂ ਘਾਟ ਰਹੀ ਆ। ਬਾਕੀ ਬਹੁਤ ਸਾਰੇ ਦੁਕਾਨਦਾਰਾਂ ਦੀਆਂ ਆਪਣੀਆਂ ਕਮਜ਼ੋਰੀਆਂ ਵੀ ਹੁੰਦੀਆਂ। ਉਹ ਹਰੇਕ ਕੋਈ ਡਰਦਾ ਆ ਕਿ ਮੈਂ ਜਿਹੜਾ ਆ ਜੇ ਮੇਰੇ ਤੇ ਪਰਚਾ ਹੋ ਗਿਆ, ਮੈਨੂੰ ਜਿਹੜੇ ਆ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਊਗਾ, ਤੇ ਮੈਂ ਜਿਹੜਾ ਆ ਉਸ ਵੇਲੇ ਜਿਹੜਾ ਆਪਣਾ ਕੰਮ ਆ ਉਹ ਛੱਡਣਾ ਪਊਗਾ। ਸੋ ਅਸੀਂ ਅਪੀਲ ਕਰਦੇ ਹਾਂ ਵੀ ਕਿਸੇ ਕਿਸਮ ਦਾ ਡਰਨ ਦੀ ਲੋੜ ਨਹੀਂ ਹੈਗੀ ਤੇ ਦੁਕਾਨਾਂ ਖੋਲੋ। ਤੁਹਾਨੂੰ ਲੱਗਦਾ ਕਿ ਜਿਹੜਾ ਜਿੱਦਾਂ ਸਰਕਾਰ ਦੇ ਫੈਸਲੇ ਆ ਰਹੇ ਆ ਇਹ ਕਰੋਨਾ ਤੋਂ ਬਚਾਉਣ ਲਈ, ਚਲੋ ਠੀਕ ਹੈ ਆਪਾਂ ਮੰਨ ਸਕਦੇ ਹਾਂ ਕਿ ਕਿਤੇ ਨਾ ਕਿਤੇ ਜਿਹੜੀ ਮਹਾਮਾਰੀ ਆ ਉਹਦਾ ਪ੍ਰਕੋਪ ਹੈਗਾ ਆ ਤੇ ਲੋਕਾਂ ਨੂੰ ਇਹ ਤੋਂ ਬਚਣਾ ਵੀ ਚਾਹੀਦਾ ਆ, ਪਰ ਜਿਹੜੇ ਸਰਕਾਰ ਦੇ ਫੈਸਲੇ ਆ ਰਹੇ ਆ ਕੀ ਸੰਤੁਸ਼ਟ ਹੋ ਉਹਨਾਂ ਤੋਂ? ਜਿਸ ਤਰ੍ਹਾਂ ਕਈ ਵਾਰੀ ਉਹਨਾਂ ਤੋਂ ਅੱਜ ਫੈਸਲਾ ਉਹਨਾਂ ਦਾ ਆਉਂਦਾ ਆ ਕਿ ਦੁਕਾਨਾਂ ਇੰਨੇ ਸਮੇਂ ਤੱਕ ਬੰਦ ਰਹਿਣੀਆਂ ਚਾਹੀਦੀਆਂ, ਦੂਸਰੇ ਦਿਨ ਫੈਸਲਾ ਫਿਰ ਬਦਲ ਦਿੱਤਾ ਜਾਂਦਾ ਆ। ਕੀ ਲੋਕਾਂ ਦੇ ਬਚਾਅ ਲਈ ਜਿਹੜੇ ਸਰਕਾਰ ਫੈਸਲੇ ਲੈ ਰਹੀ ਹੈ ਉਹ ਸਹੀ ਆ? ਕੀ ਮੰਨਦੇ ਹੋ ਕਿ ਉਹ ਸਹੀ ਆ, ਉਹਨਾਂ ਦਾ ਸੰਤੁਸ਼ਟ ਹੋ ਤੁਸੀਂ? ਦੇਖੋ ਅਸੀਂ ਜਿਹੜੇ ਸਰਕਾਰ ਦੇ ਫੈਸਲਿਆਂ ਤੋਂ ਸੰਤੁਸ਼ਟ ਹੈ ਨੇ। ਕਿਉਂ ਕਰੋਨਾ ਦੇ ਵਿੱਚ ਕਰੋਨਾ ਦਾ ਬਹਾਨਾ ਬਣਾ ਕੇ ਪਿਛਲੇ ਸਮੇਂ ਦੇ ਵਿੱਚ ਸਰਕਾਰਾਂ ਨੇ ਕਿੰਨੇ ਕਾਨੂੰਨ ਪਾਸ ਕੀਤੇ ਆ। ਧਾਰਾ ਜਿਹੜੀ ਆ 370 ਆ ਜਿਹੜੀ, ਇਹ ਵੀ ਕਰੋਨਾ ਦੇ ਸਮੇਂ ਦੇ ਵਿੱਚ ਜਿਹੜੀ ਆ ਹਟਾ ਦਿੱਤੀ ਗਈ ਆ। ਸ਼ਾਹੀਨ ਬਾਗ ਦੇ ਵਿੱਚ ਮੋਰਚਾ ਲੱਗਾ, CAA ਜਿਹੜਾ ਕਾਨੂੰਨ ਆਇਆ, ਉਹ ਤੋਂ ਬਾਅਦ ਮਤਲਬ ਆ ਖੇਤੀਬਾੜੀ ਦੇ 3 ਕਾਲੇ ਕਾਨੂੰਨ ਪਾਸ ਕਰ ਦਿੱਤੇ, ਤੇ ਆਪਣੇ ਬਿਜਲੀ ਦਾ ਸੋਧ ਬਿੱਲ ਆ ਉਹ 2020 ਉਹ ਲੈ ਕੇ ਆਈ ਆ। ਪਰਾਲੀ ਦਾ ਜਿਹੜਾ ਕਾਨੂੰਨ ਆ ਇਹ ਪਾਸ ਕਰ ਦਿੱਤਾ। ਔਰ ਇਹਨਾਂ ਨੇ ਵੱਡੀਆਂ ਰੈਲੀਆਂ ਕੀਤੀਆਂ ਜਿਨ੍ਹਾਂ ਸੂਬਿਆਂ ਦੇ ਵਿੱਚ ਜਿਹੜੀਆਂ ਵੋਟਾਂ ਸੀਗੀਆਂ। ਕੇਰਲਾ ਦੇ ਵਿੱਚ ਹੋਈਆਂ, ਤਾਮਿਲਨਾਡੂ ਦੇ ਵਿੱਚ ਹੋਈਆਂ, ਪੱਛਮੀ ਬੰਗਾਲ ਦੇ ਵਿੱਚ ਹੋਈਆਂ, ਅਸਾਮ ਦੇ ਵਿੱਚ ਹੋਈਆਂ, ਪੁਡੂਚੇਰੀ ਦੇ ਵਿੱਚ ਹੋਈਆਂ। ਉਦੋਂ ਕਰੋਨਾ ਕਿੱਥੇ ਗਿਆ ਸੀ? ਲੱਖਾਂ ਦੀ ਗਿਣਤੀ ਦੇ ਵਿੱਚ ਇਹਨਾਂ ਨੇ ਰੈਲੀਆਂ ਕੀਤੀਆਂ। ਤੁਹਾਨੂੰ ਲੱਗਦਾ ਕਿਤੇ ਇਹ ਤਾਂ ਨਹੀਂ ਹੈ ਕਿ ਜਿਹੜਾ ਜਿਸ ਤਰ੍ਹਾਂ ਤੁਸੀਂ ਸ਼ਾਹੀਨ ਬਾਗ ਦੀ ਗੱਲ ਕੀਤੀ ਜਾਂ ਹੋਰ ਜਿਹੜੇ ਕਾਨੂੰਨ ਲਿਆਂਦੇ ਉਹਨਾਂ ਦੀ ਗੱਲ ਕੀਤੀ, ਕਿਤੇ ਨਾ ਕਿਤੇ ਇਹ ਕਿਤੇ ਸਰਕਾਰ ਦੀਆਂ ਚਾਲਾਂ ਤਾਂ ਨਹੀਂ ਹੈ ਕਿ ਜਿਹੜਾ ਕਿਸਾਨੀ ਅੰਦੋਲਨ ਉਹਨੂੰ ਫੇਲ ਕਰਨ ਦੀ? ਦੇਖੋ ਜਿਹੜੇ ਸਰਕਾਰ ਦੇ ਮਨਸ਼ੇ ਆ, ਉਹ ਸਰਕਾਰ ਦੇ ਮਨਸ਼ੇ ਜੋ ਲੋਕਾਂ ਦੇ ਨਾਲ ਮੇਲ ਨਹੀਂ ਖਾਂਦੇ। ਕਿਉਂ ਸਰਕਾਰ ਨੂੰ ਜੇ ਕਰੋਨਾ ਦੀ ਬਿਮਾਰੀ ਚੱਲੀ ਆ, ਮਹਾਮਾਰੀ ਚੱਲੀ ਆ, ਤਾਂ ਉਹਨਾਂ ਨੂੰ ਚਾਹੀਦਾ ਕਿ ਅਸੀਂ ਵੈਕਸੀਨ ਦਾ ਪ੍ਰਬੰਧ ਕਰੀਏ, ਅਸੀਂ ਲੋਕਾਂ ਦੇ ਲਈ ਡਾਕਟਰਾਂ ਦਾ ਪ੍ਰਬੰਧ ਕਰੀਏ, ਅਸੀਂ ਲੋਕਾਂ ਦੇ ਲਈ ਸਿਹਤ ਸਹੂਲਤਾਂ ਦਾ ਪ੍ਰਬੰਧ ਕਰੀਏ। ਔਰ ਜਿਹੜਾ ਅਸੀਂ ਲੋਕਡਾਊਨ ਲਾਉਨੇ ਆ ਜਾਂ ਬੰਦ ਰੱਖਦੇ ਆ, ਉਸ ਬੰਦ ਦੇ ਸਮੇਂ ਦੇ ਦੌਰਾਨ ਅਸੀਂ ਲੋਕਾਂ ਨੂੰ ਫੂਡ ਕਿੱਟਾਂ ਦੇਈਏ, ਭੋਜਨ ਦੀਆਂ ਕਿੱਟਾਂ ਦੇਈਏ। ਉਹਨਾਂ ਦੇ ਖਾਤਿਆਂ ਦੇ ਵਿੱਚ ਅਸੀਂ 10,000 ਰੁਪਈਆ ਜਿਹੜਾ 15,000 ਰੁਪਈਆ ਜਿਹੜਾ ਲੋਕਡਾਊਨ ਸਮੇਂ ਦੇ ਵਿੱਚ ਜਿਹੜੀਆਂ ਦੁਕਾਨਾਂ ਬੰਦ ਰਹਿਣੀਆਂ ਉਹ ਪਾਈਏ, ਤਾਂ ਕਿ ਜਿਹੜੇ ਲੋਕ ਆਪਣਾ ਜਿਹੜਾ ਆ ਜੀਵਨ ਨਿਰਵਾਹ ਚੰਗੀ ਤਰ੍ਹਾਂ ਕਰ ਸਕਣਗੇ। ਸੋ ਇਸ ਕਰਕੇ ਅਸੀਂ ਸਰਕਾਰ ਦੀ ਪਾਲਿਸੀ ਦੇ ਨਾਲ ਬਿਲਕੁਲ ਸਹਿਮਤ ਨਹੀਂ। ਅਸੀਂ ਚਾਹੁੰਦੇ ਆ ਕਿ ਸਰਕਾਰ ਨੂੰ ਜਿਹੜਾ ਆ ਜੋ ਲੋਕਾਂ ਨੂੰ ਸਹੂਲਤਾਂ ਦੇਣੀਆਂ ਉਹ ਸਹੂਲਤਾਂ ਦੇਣੀਆਂ ਚਾਹੀਦੀਆਂ, ਔਰ ਕਰੋਨਾ ਦੇ ਬਹਾਨੇ ਲੋਕਾਂ ਦੇ ਉੱਤੇ ਜਿਹੜੀਆਂ ਪਾਬੰਦੀਆਂ ਨਹੀਂ ਮੰਨਣੀਆਂ ਚਾਹੀਦੀਆਂ। ਪਾਬੰਦੀਆਂ ਦੇ ਨਾਲ ਜਿਹੜਾ ਲੋਕਾਂ ਦਾ ਰੁਜ਼ਗਾਰ ਖੁੱਸੂਗਾ, ਲੋਕ ਬੇਕਾਰ ਹੋਣਗੇ, ਉਹ ਰੋਟੀ ਰੋਜੀ ਤੋਂ ਜਿਹੜੇ ਬੇਹਾਲ ਹੋਣਗੇ, ਔਰ ਦੇਸ਼ ਦੀ ਜਿਹੜੀ ਇਕਨੋਮੀ ਆ ਉਹ ਵੀ ਡਾਊਨ ਹੋਊਗੀ। ਪੁਲਿਸ ਦਾ ਬਿਹੇਵੀਅਰ ਕਿਵੇਂ ਲੈਂਦੇ ਹੋ? ਪਿੱਛੇ ਜੇ ਫਗਵਾੜੇ ਦੀ ਗੱਲ ਕੀਤੀ ਜਾਵੇ, SHO ਜਿਹੜੇ ਫਗਵਾੜਾ ਸਿਟੀ ਨੇ ਉੱਥੋਂ ਉਹਨਾਂ ਵੱਲੋਂ ਇੱਕ ਗਰੀਬ ਰੇਹੜੀ ਵਾਲੇ ਦੀ ਜਿਹੜੀ ਸਬਜ਼ੀ ਲੱਤ ਮਾਰ ਕੇ ਖਿਲਾਰ ਦਿੱਤੀ ਜਾਂਦੀ ਹੈ। ਉਸ ਤੋਂ ਬਾਅਦ ਬਟਾਲਾ ਤੋਂ ਇੱਕ ASI ਦੀ ਵੀਡੀਓ ਸਾਹਮਣੇ, ਸ਼ਰਾਬ ਦੇ ਨਸ਼ੇ ਵਿੱਚ ਇਹ ਲੋਕਾਂ ਨੂੰ ਗਾਲਾਂ ਵਗੈਰਾ ਕੱਢ ਰਿਹਾ ਆ। ਹੋਰ ਵੀ ਅਨੇਕਾਂ ਵੀਡੀਓ ਆਪਾਂ ਸੋਸ਼ਲ ਮੀਡੀਆ ਤੇ ਪੁਲਿਸ ਮੁਲਾਜ਼ਮਾਂ ਦੀਆਂ ਦੇਖ ਸਕਦੇ ਹਾਂ। ਆਪਾਂ ਇਹ ਨਹੀਂ ਕਹਿੰਦੇ ਕਿ ਸਾਰੇ ਮਾੜੇ ਆ, ਕਿਉਂਕਿ ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ, ਪਰ ਫੇਰ ਵੀ ਜਿਹੜੇ ਅਫਸਰ ਆ ਇਹ ਉਹਨਾਂ ਦਾ ਜਿਹੜਾ ਵਤੀਰਾ ਆ, ਖਾਸ ਕਰਕੇ ਜਿਹੜੇ ਗਰੀਬ ਮਜ਼ਦੂਰ ਲੋਕ ਆ, ਉਹਨਾਂ ਨਾਲ ਕਿਵੇਂ ਲੈਂਦੇ ਹੋ ਇਹ ਸਾਰੇ ਮਸਲੇ ਨੂੰ? ਦੇਖੋ ਜਿਹੜਾ ਪੁਲਿਸ ਨੇ ਜਿਹੜੀ ਫਗਵਾੜੇ ਦੇ ਵਿੱਚ ਘਟਨਾ ਹੋਈ ਆ,
ਜਾਂ ਇਦਾਂ ਦੀਆਂ ਹੋਰ ਘਟਨਾਵਾਂ ਹੋਈਆਂ, ਇਹ ਪੁਲਿਸ ਦਾ ਜਿਹੜਾ ਵਤੀਰਾ ਆ ਬਿਲਕੁਲ ਨਿੰਦਣਯੋਗ ਆ। ਕਿਉਂ ਇੱਕ ਰੇੜੀ ਫੜੀ ਵਾਲਾ, ਇੱਕ ਸਬਜ਼ੀ ਜਿਹੜਾ ਵੇਚਣ ਵਾਲਾ, ਉਹਨ ਜੋ ਕਮਾਉਣਾ ਸ਼ਾਮ ਨੂੰ ਜਿਹੜਾ ਆਪਣੇ ਬੱਚਿਆਂ ਦਾ ਪੇਟ ਭਰਨਾ, ਜੇ ਅਸੀਂ ਉਹਨੂੰ ਤਰੀਕੇ ਦੇ ਨਾਲ ਉਹਦੇ ਨਾਲ ਗੱਲ ਕਰੀਏ ਤਾਂ ਇਹ ਠੀਕ ਰਹੂਗੀ। ਜੇ ਤਰੀਕੇ ਦੇ ਨਾਲ ਨਹੀਂ ਅਸੀਂ ਗੱਲ ਕਰਦੇ ਤਾਂ ਸਾਡੇ ਸਮਾਜ ਦੇ ਵਿੱਚ ਜਿਹੜੀ ਆ ਬੇਚੈਨੀ ਫੈਲੂਗੀ, ਲੋਕ ਜਿਹੜੇ ਆ ਉਹ ਹਿੰਸਾ ਦੇ ਰਾਹ ਵੱਲ ਨੂੰ ਤੁਰਨਗੇ। ਅਸੀਂ ਕਹਿੰਦੇ ਆ ਕਿ ਇਦਾਂ ਦਾ ਜਿਹੜਾ ਵਤੀਰਾ ਨਹੀਂ ਹੋਣਾ ਚਾਹੀਦਾ, ਔਰ ਸਾਰੀ ਪੁਲਿਸ ਦਾ ਇਦਾਂ ਦਾ ਵਤੀਰਾ ਨਹੀਂ। ਬਹੁਤ ਸਾਰੀ ਜਿਹੜੀ ਪੁਲਿਸ ਆ ਉਹ ਕਿਸਾਨਾਂ ਨੂੰ ਆਪਣਾ ਪੂਰਾ ਸਹਿਯੋਗ ਦੇ ਰਹੀ ਆ, ਪਰ ਜਿੱਥੇ ਕਿਤੇ ਵੀ ਇਦਾਂ ਦੀਆਂ ਜਿਹੜੀਆਂ ਘਟਨਾਵਾਂ ਹੁੰਦੀਆਂ ਉਹ ਨਿੰਦਣਯੋਗ ਆ, ਔਰ ਉਹਨਾਂ ਨੂੰ ਜਿਹੜਾ ਆ ਪੁਲਿਸ ਨੂੰ ਰੋਕਣਾ ਚਾਹੀਦਾ। ਸੋ ਬਹੁਤ ਬਹੁਤ ਧੰਨਵਾਦ ਗੱਲ ਕਰਨ ਲਈ। ਧੰਨਵਾਦ ਜੀ, ਸਾਰਿਆਂ ਦਾ ਧੰਨਵਾਦ। ਅਸੀਂ ਲੋਕਾਂ ਨੂੰ ਵੀ ਇਹੀ ਸੁਨੇਹਾ ਦਿੰਦੇ ਆ ਕਿ ਜਿਹੜੇ ਤੁਸੀਂ ਵੱਧ ਤੋਂ ਵੱਧ ਜਿਹੜੇ ਆ ਆਪਣੀਆਂ ਦੁਕਾਨਾਂ ਖੋਲੋ, ਆਪਣਾ ਕੰਮਕਾਰ ਕਰੋ। ਕਿਉਂ ਸਰਕਾਰਾਂ ਦੀ ਜਿਹੜੀ ਇਮਦਾਦ ਆ, ਤੁਸੀਂ ਪਿਛਲੇ ਸਮੇਂ ਦੇ ਵਿੱਚ ਦੇਖ ਸਕਦੇ ਆ ਕਿ ਸਰਕਾਰਾਂ ਨੇ ਕੋਈ ਬਹੁਤ ਵੱਡੀ ਇਮਦਾਦ ਨਹੀਂ ਕੀਤੀ। ਲੋਕਾਂ ਨੂੰ ਜਿਹੜਾ ਖਾਣ ਪੀਣ ਨੂੰ ਸਰਕਾਰਾਂ ਨੇ ਨਹੀਂ ਦਿੱਤਾ, ਸਿਰਫ ਜਿਹੜੀਆਂ ਸਮਾਜ ਸੇਵਕ ਸੁਸਾਇਟੀਆਂ ਜਾਂ ਜਿਹੜੇ ਗੁਰਦੁਆਰਿਆਂ ਦੇ ਵਿੱਚੋਂ ਜਿਹੜਾ ਖਾਣਾ ਪੀਣਾ ਆਇਆ ਉਹਨਾਂ ਨੇ ਲੋਕਾਂ ਦੀ ਜਿਹੜੀ ਆ ਦੇਖਭਾਲ ਕੀਤੀ ਆ। ਸਰਕਾਰਾਂ ਦੀ ਜਿਹੜੀ ਆ ਬਹੁਤ ਵੱਡੀ ਐਡੀ ਮਤਲਬ ਆ ਦੇਖਭਾਲ ਹੈ ਨਹੀਂ। ਇਸ ਕਰਕੇ ਲੋਕਾਂ ਨੂੰ ਆਪਣਾ ਰੁਜ਼ਗਾਰ, ਆਪਣਾ ਜਿਹੜੀ ਕਿਰਤ ਆ ਇਹ ਨਹੀਂ ਛੱਡਣੀ ਚਾਹੀਦੀ, ਉਹਨਾਂ ਨੂੰ ਆਪਣੀਆਂ ਜਿਹੜੀਆਂ ਦੁਕਾਨਾਂ ਖੋਲ੍ਹਣੀਆਂ ਚਾਹੀਦੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਮੈਂ ਸਾਧੂ ਸਿੰਘ ਭਰੋਲੀ, ਭਾਰਤੀ ਕਿਸਾਨ ਯੂਨੀਅਨ ਦੁਆਬਾ, ਟੋਲ ਪਲਾਜ਼ਾ ਬਹਿਰਾਮ ਤੋਂ ਬੋਲ ਰਿਹਾ। ਕਿ ਜੋ ਤੁਸੀਂ ਸਵਾਲ ਕੀਤਾ ਕਿ ਜਿਹੜੇ ਲੋਕ ਆ ਸਾਡੇ ਨਾਲ ਕਿਉਂ ਨਹੀਂ ਰਲ ਰਹੇ, ਅਸੀਂ ਇਹਨਾਂ ਨੂੰ ਅਵੇਅਰ ਕਰਨ ਦੀ ਲੋੜ ਆ। ਅਸੀਂ ਘਰ ਘਰ ਜਾ ਕੇ, ਦੁਕਾਨਾਂ ਤੇ ਜਾ ਕੇ, ਡੋਰ ਟੂ ਡੋਰ ਜਾ ਕੇ ਇਹਨਾਂ ਨੂੰ ਜਾਗਰੂਕ ਕਰ ਰਹੇ ਹਾਂ, ਕਿਉਂਕਿ ਜਦ ਤੱਕ ਅਸੀਂ ਇਕੱਠ ਨਹੀਂ ਦਿਖਾਵਾਂਗੇ ਉਦੋਂ ਤੱਕ ਅਸੀਂ ਕਾਮਯਾਬ ਨਹੀਂ ਹੋਵਾਂਗੇ। ਕਿਉਂਕਿ ਸਾਡਾ ਜਿਹੜਾ ਅੰਦੋਲਨ ਆ ਇਹ ਸਿਰਫ ਕਿਸਾਨਾਂ ਦਾ ਨਹੀਂ ਹੈ, ਇਹ ਜਨ ਅੰਦੋਲਨ ਬਣ ਕੇ ਰਹਿ ਗਿਆ। ਇਹਦੇ ਵਿੱਚ ਸਾਰੇ ਭਾਈਚਾਰਿਆਂ ਦਾ ਸ਼ਮੂਲੀਅਤ ਚਾਹੀਦੀ ਆ। ਜਦ ਤੱਕ ਅਸੀਂ ਸਾਰੇ ਭਾਈਚਾਰਾ ਇਕੱਠਾ ਨੂੰ, ਰੇਹੜੀ ਫੜੀ ਵਾਲੇ ਜਿਹੜੇ ਸਾਡੇ ਆੜ੍ਹਤੀਏ ਭਰਾ ਆ, ਜਿਹੜੇ ਸਾਡੇ ਤੋਲਣ ਵਾਲੇ ਵੀਰ ਆ, ਦੁਕਾਨਾਂ 'ਤੇ ਕੰਮ ਕਰਨ ਵਾਲੇ ਵੀਰ ਆ, ਦੇਖੋ ਇਹ ਗੋਲ ਗੱਪਿਆਂ ਦੀ ਰੇਹੜੀ ਲਾਉਂਦੇ ਆ। ਸਰਕਾਰ ਨੇ ਆਰਡਰ ਕੀਤੇ ਕਿ 5 ਵਜੇ ਲੋਕਡਾਊਨ ਲਾ ਦਿਓ। 5 ਵਜੇ ਤੋਂ ਰੇਹੜੀ ਫੜੇ ਵਾਲੇ ਉਹ ਘਰ ਆਪਣਾ ਸਮਾਨ ਤਿਆਰ ਕਰਦੇ ਆ। ਜੇ ਉਹ 5 ਵਜੇ ਲੋਕਡਾਊਨ ਲੱਗ ਜਾਂਦਾ, ਉਹ ਆਪਣੇ ਬੱਚਿਆਂ ਨੂੰ ਜਿਹੜਾ ਰੋਜ਼ ਦੀ ਰੋਜ਼ ਕਮਾ ਕੇ ਖਿਲਾ ਰਿਹਾ, ਉਹ ਆਪਣੇ ਬੱਚਿਆਂ ਨੂੰ ਰੋਟੀ ਕਿੱਥੋਂ ਖਿਲਾਊਗਾ। ਅਸੀਂ ਸਰਕਾਰ ਕੋਲ ਮੰਗ ਕਰ ਰਹੇ ਹਾਂ ਕਿ ਜਿਹੜੇ ਇਸ ਤਰ੍ਹਾਂ ਦੇ ਲੋਕ ਆ, ਜਿਹੜੇ ਮਾੜੇ ਗਰੀਬ ਬੰਦੇ ਆ, ਉਹਨਾਂ ਨੂੰ ਰੋਟੀ ਨਸੀਬ ਨਹੀਂ ਹੋਣੀ। ਉਹ ਫਿਰ ਭੁੱਖੇ ਭਟਕਣਗੇ ਜਾਂ ਖੁਦਕੁਸ਼ੀਆਂ ਕਰਨਗੇ ਜਾਂ ਕਰੋਨਾ ਕਹਿੰਦੇ ਕਰੋਨਾ ਨਾਲ ਤਾਂ ਉਹਦੀ ਕੀ ਬਣਨਾ, ਉਹ ਭੁੱਖਮਰੀ ਨਾਲ ਮਰਨਗੇ। ਤੁਹਾਨੂੰ ਲੱਗਦਾ ਕਿ ਜਿਹੜੀਆਂ ਸਰਕਾਰਾਂ ਆ, ਜਿਸ ਤਰ੍ਹਾਂ ਤੁਸੀਂ ਹੁਣ ਇਹ ਫ੍ਰੀ ਵਿੱਚ ਜਿਹੜੀਆਂ ਸਰਕਾਰਾਂ ਵੱਲੋਂ 2 ਰੁਪਏ ਕਿਲੋ ਆਟਾ ਦਿੱਤਾ ਜਾਂਦਾ, ਇਹ ਵੀ ਕਿਤੇ ਨਾ ਕਿਤੇ ਚਾਲਾਂ ਆ ਸਰਕਾਰਾਂ ਦੀਆਂ ਕਿ ਲੋਕਾਂ ਨੂੰ ਦੱਬਣ ਦੀਆਂ? ਦੇਖੋ ਜੀ, ਇਹ ਸਰਾਸਰ ਗਲਤ ਹੈ। ਸਾਨੂੰ ਲੋਕਾਂ ਨੂੰ ਆਦਤ ਪਾਤੀ ਕਿ ਅਸੀਂ ਤੁਹਾਨੂੰ ਦਾਣੇ ਦਿੰਦੇ ਆ, ਦਾਲ ਦਿੰਦੇ ਆ। ਇਹਨਾਂ ਨੇ ਲਾਰੇ ਤਾਂ ਬਹੁਤ ਲਾਏ ਸੀ। ਜਿਹੜੇ ਸਾਡੇ ਇਹ ਛੋਟੇ ਭਰਾ ਆ, ਹੈਗੇ ਤਾਂ ਸਾਡੇ ਵੀਰ, ਤੇ ਪਰ ਉਹਨਾਂ ਨੂੰ ਇਹ ਲਾਲਚ ਦੇ ਕੇ ਆਪਣੇ ਬਸ ਕਰ ਰਹੇ ਆ। ਲਾਲਚ ਜਦੋਂ ਸਾਡੇ ਲੋਕਾਂ ਦੇ ਵਿੱਚ ਲਾਲਚ ਆਉਂਦਾ, ਅਸੀਂ ਕੰਮ ਕਰਕੇ ਖੁਸ਼ ਨਹੀਂ, ਅਸੀਂ ਥੋੜੀ ਖਾ ਲੈਂਦੇ ਆ। ਮੈਂ ਦੇਖੋ ਸ਼ਰਾਬ ਨਹੀਂ, ਮੇਰਾ ਖਿਆਲ ਜਿੰਨੇ ਟੋਲ ਪਲਾਜ਼ੇ ਤੇ ਬੈਠੇ ਸੀ ਸਾਰੇ ਅੰਮ੍ਰਿਤਧਾਰੀ ਸਿੰਘ ਆ, ਔਰ ਪਿੰਡਾਂ ਵਿੱਚ ਅਸੀਂ ਜਾ ਕੇ ਹੋਕਾ ਦੇਈਦਾ। ਸਾਡੇ ਜਿਹੜੀ ਦਲਿਤ ਬਸਤੀ ਹੈ, ਸਾਡੇ ਵੋਟ ਬਰਾਬਰ ਆ। 1800-1900 ਵੋਟ ਹੈ ਮੇਰੇ ਪਿੰਡ ਦੀ, ਤਕਰੀਬਨ ਉਹਦੇ ਵਿੱਚੋਂ 850 ਵੋਟ ਸਾਡੇ ਦਲਿਤ ਭਾਈਚਾਰੇ ਦੀ ਵੋਟ ਆ। ਅਸੀਂ ਉਹਨਾਂ ਨੂੰ ਮੈਂ ਖੜ ਕੇ ਬੋਲ ਕੇ ਆਉਣਾ ਸਵੇਰ ਤੋਂ ਕਿ ਆਓ ਵੀਰੋ ਸਾਡੇ ਨਾਲ ਰਲੋ। ਜੇ ਤੁਸੀਂ ਸਾਡੇ 10 ਬੰਦੇ ਵੀ ਆ ਕੇ ਬੈਠੋਗੇ, ਜਦੋਂ ਤੁਹਾਨੂੰ ਕੋਈ ਭਾਰੀ ਪੀੜ ਪਊਗੀ ਅਸੀਂ ਤੁਹਾਡੇ ਨਾਲ ਖੜਾਂਗੇ। ਜੇ ਕੋਈ ਪਰਚਾ ਦਰਜ ਹੋਇਆ ਤਾਂ ਅਸੀਂ ਵਾਅਦਾ ਕਰਦੇ ਹਾਂ ਕਿ ਅਸੀਂ ਆਪਣੇ ਜਿਹੜੇ ਜੂਰੀਆਂ ਦੇ ਖਰਚੇ ਉਹਨਾਂ ਦੇ ਕੇਸ ਲੜਾਂਗੇ। ਅਸੀਂ ਉਹਨਾਂ ਨੇ ਇੰਨਾ ਕਰ ਸਕਦੇ ਆ। ਸਾਨੂੰ ਇੱਕ ਦਿਨ ਅਸੀਂ FCI ਦੇ ਦਫ਼ਤਰ ਬੰਦ ਕੀਤੇ ਸੀ। ਇੱਕ ਦਲਿਤ ਵੀਰ ਸੀ ਜਿਹੜਾ ਬੁਲਾਰਾ ਸੀ, ਉਹ ਬੋਲਿਆ ਕਿ ਤੁਸੀਂ ਇਹਨਾਂ ਨਾਲ ਗੱਲ ਨਹੀਂ ਲਾ ਰਹੇ। ਮੈਂ ਉਹਨਾਂ ਨੂੰ ਬੜਾ ਪਿਆਰ ਸਹਿਤ ਕਿਹਾ ਕਿ ਅਸੀਂ ਤਾਂ ਇਹਦੇ ਪੈਰੀ ਹੱਥ ਲਾਉਣ ਨੂੰ ਤਿਆਰ ਆ। ਮੇਰੀ ਦੁਕਾਨਾਂ ਵਾਲੇ ਜਦ ਅੱਡੇ ਤੋਂ ਅਸੀਂ ਜਾਂਦੇ, ਉਹਨਾਂ ਨਾਲ ਗੱਲ ਹੁੰਦੀ ਆ। ਉਹ ਦੁਕਾਨਦਾਰ ਜਿਹੜੇ ਵੀਰ ਆ ਇਕੱਲੇ ਸਾਡੇ ਨਾਲ ਖੜੇ ਆ। ਉਹ ਕਹਿੰਦੇ ਜਿੱਦਣ ਸਾਨੂੰ ਮੋਰਚੇ ਜਾਣ ਦੀ ਲੋੜ ਪਏ ਸਾਨੂੰ ਕਾਲ ਕਰੋ, ਅਸੀਂ ਤੁਹਾਡੇ ਨਾਲ ਹਮਾ ਕੇ ਪਹੁੰਚਾਂਗੇ। ਜਿਹੜੇ ਸਾਡੇ ਦਲਿਤ ਭਾਈ ਜਿਹੜੇ ਹੈ ਸਾਡੇ ਨਾਲ ਹੈ ਸਾਰਾ, ਤੁਹਾਡੇ ਜਿੱਦਣ ਅਸੀਂ ਉਹ ਕਹਿੰਦੇ ਕਾਲ ਦਿਓ, ਅਸੀਂ ਦਿੱਲੀ ਨੂੰ ਤੁਰਨ ਲਈ ਤੁਹਾਡੇ ਨਾਲ ਤਿਆਰ ਆ। ਵੱਧ ਤੋਂ ਵੱਧ ਗਿਣਤੀ ਸਾਡੇ ਜ਼ਿਮੀਂਦਾਰ ਭਰਾਵਾਂ ਨਾਲ ਵੱਧ ਗਿਣਤੀ ਜਾਣਗੇ ਉਹ ਸਾਡੇ। ਇਹ ਲੜਾਈ ਆ, ਇਹ ਇਕੱਲੇ ਕਿਸਾਨਾਂ ਦੀ ਜਾਂ ਇੱਕ ਧਿਰ ਦੀ ਲੜਾਈ ਨਹੀਂ, ਇਹ ਇੱਕ ਜਨ ਅੰਦੋਲਨ ਆ। ਤੇ ਇਹਦੇ ਵਿੱਚ ਜਦੋਂ ਤੱਕ ਆਪਾਂ ਇੱਕ ਹੋ ਕੇ ਜਿਹੜੀ ਕਹਿੰਦੇ ਨੇ ਕਿ ਇੱਕ ਮੁੱਠੀ ਬਣ ਕੇ ਆਪਾਂ ਨਹੀਂ ਲੜਦੇ, ਉਦੋਂ ਤੱਕ ਜਿਹੜੀਆਂ ਇਦਾਂ ਦੀਆਂ ਜਾਂ ਆਪਾਂ ਸਰਕਾਰਾਂ ਦੀਆਂ ਤਾਨਾਸ਼ਾਹੀਆਂ ਕਹਿ ਸਕਦੇ ਆ, ਜਾਂ ਜਿਸ ਤਰ੍ਹਾਂ ਲੋਕਡਾਊਨ ਦੀ ਗੱਲ
ਕੀਤੀ ਕਿ ਗਰੀਬ ਭੁੱਖਾ ਮਾਰਿਆ, ਇਦਾਂ ਦੀਆਂ ਜਿਹੜੀਆਂ ਔਕੜਾਂ ਆਪਾਂ ਨੂੰ ਉਹਨਾਂ ਦਾ ਸਾਹਮਣਾ ਕਰਨਾ ਹੀ ਪੈਣਾ ਆ। ਇਹਦਾ ਹੱਲ ਇੱਕੋ ਹੀ ਆ ਕਿ ਆਪਾਂ ਇੱਕ ਹੋ ਕੇ ਇਹ ਜਾਤ ਧਰਮ ਨੂੰ ਜਿਹੜੀ ਪਿੱਛੇ ਛੱਡ ਕੇ ਆਪਾਂ ਇੱਕ ਹੋ ਕੇ ਇਨਸਾਨੀਅਤ ਦੇ ਤੌਰ ਤੇ ਆਪਾਂ ਸਰਕਾਰਾਂ ਖਿਲਾਫ ਲੜੀਏ ਅਤੇ ਆਪਣੇ ਜਿਹੜੇ ਹੱਕਾਂ ਤੋਂ ਜਾਣੂ ਹੋ ਕੇ ਇਹਨਾਂ ਦਾ ਮੂੰਹ ਤੋੜ ਜਵਾਬ ਦਈਏ, ਤਾਂ ਹੀ ਆਪਾਂ ਜਿਹੜੀਆਂ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਤੋਂ ਆਪਾਂ ਜਿੱਤ ਸਕਦੇ ਹਾਂ। ਜਿਹੜਾ ਤੁਸੀਂ ਵੀਰ ਜੀ ਪਹਿਲਾਂ ਸਵਾਲ ਕੀਤਾ ਕਿ ਜਿਹੜਾ ਦਲਿਤ ਭਾਈਚਾਰਾ ਐਸੀ ਭਾਈਚਾਰਾ ਸਾਡੇ ਨਾਲ ਤੁਰ ਰਹੀ ਆ, ਉਹ ਠੀਕ ਆ, ਅਸੀਂ ਵੇਰ ਤੱਕ ਕੀਤਾ ਸਾਰਿਆਂ ਨੂੰ, ਅਸੀਂ ਕਰਦੇ ਆ। ਉਹ ਸਾਡੇ ਨਾਲ ਮੋਰਚੇ ਵਿੱਚ ਮੇਰਾ ਪਿੰਡ ਭਰੋਲੀ ਤੋਂ ਅਸੀਂ ਪੰਚਾਇਤ ਵੱਲੋਂ ਲਾਇਆ ਕਿ ਜਿਹੜੇ ਦਲਿਤ ਭਾਈਚਾਰੇ ਸਾਡੇ ਨਾਲ, ਅੱਧੇ ਜੱਟ ਜ਼ਿਮੀਂਦਾਰ ਭਰਾ ਜਾਣਗੇ, ਅੱਧੇ ਸਾਡੇ ਐਸੀ ਭਰਾ ਜਾਣਗੇ। ਉਹ ਸਾਡਾ ਜਿਹੜਾ ਮੋਰਚਾ ਨਿਰੰਤਰ ਚੱਲ ਰਿਹਾ, ਉਹ ਡੋਰ ਟੂ ਡੋਰ, ਜਿੱਦਾਂ ਘਰ ਬਾਈ ਘਰ ਆਪਾਂ ਚੱਲਦੇ ਆ, ਜਿਸ ਤਰ੍ਹਾਂ ਸਾਡੀ ਵੋਟ ਦੀ ਲਿਸਟ ਆ ਉਸ ਹਿਸਾਬ ਦੇ ਨਾਲ ਅਸੀਂ ਡਿਊਟੀਆਂ ਸਾਡੀਆਂ ਲੱਗਦੀਆਂ। ਉਹ ਸਾਡੇ ਨਾਲ ਜਿਹੜੇ ਅੱਧੇ ਬੰਦੇ ਅਸੀਂ ਜਾ ਰਹੇ ਆ ਜ਼ਿਮੀਂਦਾਰ ਭਰਾਵਾਂ 'ਚੋਂ, ਅੱਧੇ ਬੰਦੇ ਜਿਹੜੇ ਸਾਡੇ 80 ਭਰਾ ਸਾਡੇ ਨਾਲ ਮੋਰਚੇ ਵੱਧ ਚੜ੍ਹ ਕੇ, ਬਾਕੀ ਦੇ ਪਿੰਡਾਂ 'ਚੋਂ ਮੈਸੇਜ ਆ ਰਿਹਾ ਆ, ਜਿੱਦਾਂ ਕਿਤੇ ਲੋੜ ਪਏ ਆਪਾਂ ਸਾਰੇ ਜਿਹੜੇ ਟਰਾਲੀਆਂ ਭਰ ਕੇ ਐਸੀ ਭਾਈਚਾਰੇ ਨਾਲ ਲੈ ਕੇ ਮੈਦਾਨ ਦੇ ਵਿੱਚ ਜਿੱਤਾਂਗੇ ਔਰ ਜਿੱਤ ਪ੍ਰਾਪਤ ਕਰਕੇ ਮੁੜਾਂਗੇ। ਜੀ ਸਰਪੰਚ ਸਾਹਿਬ ਸਹੀ ਗੱਲ ਕੀਤੀ, ਕਿਉਂਕਿ ਮੈਂ ਪਹਿਲਾਂ ਵੀ ਗੱਲ ਕਰਕੇ ਹਟਿਆ ਕਿ ਲੜਾਈ ਜਿਹੜੀ ਇੱਕ ਦੀ ਨਹੀਂ ਹੈਗੀ। ਲੜਾਈ ਜਦ ਤੱਕ ਆਪਾਂ ਇਹ ਧਰਮਾਂ ਤੋਂ, ਕਿਉਂਕਿ ਆਪਣੇ ਗੁਰੂਆਂ ਨੇ ਵੀ ਇਹੀ ਆਪਾਂ ਨੂੰ ਇੱਕ ਸਿੱਖਿਆ ਦਿੱਤੀ ਹੈ ਕਿ ਸਭ ਤੋਂ ਜਿਹੜਾ ਵੱਡਾ ਧਰਮ ਹੈ ਉਹ ਇਨਸਾਨੀਅਤ ਦਾ ਧਰਮ ਹੈ। ਜਦ ਤੱਕ ਇੱਕ ਆਪਾਂ ਇਨਸਾਨ ਬਣ ਕੇ ਇੱਕ ਹੋ ਕੇ ਆਪਾਂ ਲੜਾਈ ਨਹੀਂ ਲੜਦੇ, ਮੈਨੂੰ ਲੱਗਦਾ ਜੇ ਆਪਾਂ ਇੱਕ ਹੋ ਕੇ ਸਾਰੇ, ਚਾਹੇ ਕੋਈ ਐਸਸੀ ਆ, ਚਾਹੇ ਕੋਈ ਹੋਰ ਕਾਸਟ ਹੈ, ਚਾਹੇ ਕੋਈ ਵੀ ਆ, ਇਨਸਾਨੀਅਤ ਦੇ ਤੌਰ ਤੇ ਇੱਕ ਹੋ ਕੇ ਜਿਹੜੀਆਂ ਸਰਕਾਰ ਦੀਆਂ ਮਾੜੀਆਂ ਨੀਤੀਆਂ ਖਿਲਾਫ ਆਪਾਂ ਲੜਾਂਗੇ, ਉਦੋਂ ਆਪਾਂ ਇਹ ਜਿਹੜੀਆਂ ਇਦਾਂ ਦੀਆਂ ਜਿਹੜੀਆਂ ਮਾੜੀਆਂ ਸਰਕਾਰਾਂ ਆਉਂਦੀਆਂ ਉਹਨਾਂ ਤੇ ਜਿੱਤ ਪਾ ਸਕਾਂਗੇ। ਇਹ ਜਿਹੜੇ ਗੁਰੂ ਸਾਹਿਬ ਨੇ ਸਾਡੇ ਕਿਹਾ ਮਾਨਸ ਕੀ ਜਾਤ ਸਭ ਇੱਕ ਪਹਿਚਾਨ ਵੋ, ਉਹ ਉਸ ਜਿਹੜੇ ਸਿਧਾਂਤ ਤੇ ਚੱਲ ਕੇ ਜਿਹੜਾ ਸਾਡਾ ਸਿੱਖ ਭਾਈਚਾਰਾ, ਅਸੀਂ ਤੇ ਦਲਿਤ ਵੀਰਾਂ ਨੂੰ ਆਪਣੇ ਛੋਟੇ ਭਰਾ ਸਮਝਿਆ। ਔਰ ਮੈਂ ਇੱਕ ਮਿਸਾਲ ਦੇਣੀ ਚਾਹੁੰਦਾ ਕਿ ਅਸੀਂ ਆਪਣੇ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ 'ਚ ਜਿਹੜਾ ਜ਼ਿਮੀਂਦਾਰ, ਵੈਸੇ ਗੁਰਦੁਆਰੇ ਵੱਖੋ ਵੱਖਰੇ ਆ ਪਰ ਇਹ ਹੋਣੇ ਨਹੀਂ ਚਾਹੀਦੇ। ਅਸੀਂ ਉਸ ਗੱਲ ਦੇ ਹਾਮੀ ਆ ਕਿ ਇੱਕ ਪਿੰਡ 'ਚ ਇੱਕ ਗੁਰਦੁਆਰਾ ਸਾਹਿਬ ਹੋਣਾ ਚਾਹੀਦਾ, ਜਿੱਥੇ ਦਲਿਤ ਭਾਈਚਾਰਾ ਵੀ ਆਵੇ, ਸਿੱਖ ਭਾਈਚਾਰਾ ਵੀ ਆਵੇ, ਜਿਹੜੇ ਦੂਸਰੀ ਕਮਿਊਨਿਟੀ ਉਹ ਵੀ ਸਾਰੇ ਆਉਣ। ਅਸੀਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਆ ਗੁਰਪੁਰਬ ਜਿਹੜਾ ਪਿੰਡ ਦੇ ਗੁਰਦੁਆਰਾ ਸਾਹਿਬ 'ਚ ਮਨਾਇਆ, ਔਰ ਉਹਦੇ ਵਿੱਚ ਜਿਹੜੀ ਵੱਡੀ ਸ਼ਮੂਲੀਅਤ ਸਾਡੀ ਉਹਨਾਂ ਦੇ, ਉਹ ਅਸੀਂ ਕਿਉਂ ਕੀਤਾ ਕਿ ਸਾਡਾ ਜਿਹੜਾ ਭਾਈਚਾਰਾ ਸਾਡੇ ਨਾਲ ਇਹ ਕਹਿਣ ਲੱਗ ਸਾਤੋਂ ਅਸੀਂ ਵੱਖਰੇ ਆ। ਅਸੀਂ ਉਹਨਾਂ ਨੇ ਆਪਣੇ ਸਿਰ ਤੋਂ ਚੱਕ ਕੇ ਪਹਿਲਾਂ ਉਹਨਾਂ ਨੂੰ ਪਹਿਲ ਦਿੱਤੀ ਔਰ ਬਾਅਦ ਵਿੱਚ ਜਿਹੜੇ ਸਾਡੇ ਬੁਲਾਰੇ ਬੋਲੇ ਆ। ਇਸ ਕਰਕੇ ਜਿਹੜੇ ਜਿੱਦਾਂ ਪਿੰਡ ਵਿੱਚ ਅਸੀਂ ਤਾਂ ਕਹਿੰਦੇ ਆ ਕਿ ਜਿਹੜੇ ਦਲਿਤ ਭਾਈਚਾਰਾ ਆਪਾਂ ਉਹਨਾਂ ਨਾਲ ਮੋਹਰੇ ਰੱਖ ਕੇ ਤੁਰੀਏ, ਅਸੀਂ ਪਿੱਛੇ ਤੁਰੀਏ, ਉਹ ਸਾਡੇ ਨਾਲ ਮੋਹਰੇ ਹੋ ਕੇ ਚੱਲਣ, ਕਿਉਂਕਿ ਉਹਨਾਂ ਦੇ ਮਨ ਵਿੱਚ ਉਤਸ਼ਾਹ ਹੋਵੇ ਕਿ ਸਾਡੇ ਨਾਲ ਵਿਤਕਰਾ ਨਹੀਂ ਕਰ ਰਹੇ। ਨਾ ਸਾਡੇ ਕੋਲ ਜਿਹੜਾ ਸਿੱਖ ਧਰਮ ਵਿੱਚ ਵਿਤਕਰਾ ਉਹ ਗਲਤ ਆ, ਅਸੀਂ ਉਹ ਵਿਤਕਰੇ ਨਹੀਂ ਮੰਨਦੇ। ਅਤੇ ਅਸੀਂ ਦਲਿਤ ਭਾਈ ਜਿਹੜੇ ਉਹ ਸਾਡੇ ਛੋਟੇ ਵੀਰ ਆ, ਅਸੀਂ ਉਹਨਾਂ ਦੇ ਨਾਲ ਲੈ ਕੇ ਚੱਲਦੇ ਆ ਔਰ ਅਸੀਂ ਇਹ ਖੁਸ਼ੀ ਮਹਿਸੂਸ ਕਰਦੇ ਕਿ ਸਾਨੂੰ ਹੁਣ ਭਰਪੂਰ ਜਿਹੜਾ ਸਮਰਥਨ ਉਹਨਾਂ ਦਾ ਮਿਲ ਰਿਹਾ ਔਰ ਅੱਗੇ ਵਾਸਤੇ ਵੀ ਸਾਨੂੰ ਸਮਰਥਨ ਮਿਲੂਗਾ। ਕਾਸ਼ ਜੇ ਅਸੀਂ ਆਪਾਂ ਇਕੱਠੇ ਹੋ ਕੇ ਸਾਰੇ ਦੁਕਾਨਦਾਰ ਭਾਈ ਸਾਰੇ ਪੰਜਾਬ ਤੋਂ ਚੱਲੀਏ ਤਾਂ ਮੈਂ ਨਹੀਂ ਕਹਿੰਦਾ ਵੀ ਕੋਈ ਮੋਦੀ ਦੇ ਜੋ ਤਾਕਤ ਆ ਜਿਹੜਾ ਮੋਰਚਾ ਅਸੀਂ ਨਹੀਂ ਜਿੱਤਾਂਗੇ। ਅਸੀਂ ਇਨਸ਼ਾਅੱਲਾ ਜਿਹੜਾ ਕਹਿੰਦੇ ਮੁਸਲਮਾਨ ਹੈ ਕਿ ਵਾਹਿਗੁਰੂ ਕਰੇ ਅਸੀਂ ਜਿਹੜਾ ਮੋਰਚਾ ਫਤਿਹ ਕਰਕੇ ਆਵਾਂਗੇ। ਬਸ ਕੁਛ ਦਿਨਾਂ ਚੰਦ ਦਿਨਾਂ ਦੀ ਗੱਲ ਆ, ਅਸੀਂ ਮੋਰਚਾ ਜਿੱਤ ਕੇ ਫਤਿਹ ਕਰਕੇ, ਸਾਡੀ ਦੋ ਮੇਰੇ ਸਿੱਖ ਧਰਮ ਦੀ ਅਰਦਾਸ ਆ ਕਿ ਜਿਹੜਾ ਇਹ ਮੋਰਚਾ ਸਾਡਾ ਕਿਸਾਨਾਂ ਦਾ, ਇਹਦੇ ਵਿੱਚ ਸਾਨੂੰ ਫਤਿਹ ਮਿਲੇ, ਅਸੀਂ ਫਤਿਹ ਦੇ ਡਾਂਕੇ ਵਜਾਉਂਦੇ ਪੰਜਾਬ ਨੂੰ ਬਾਸ ਸੁਣੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਸੋ ਅਸੀਂ ਵੀ ਆਸ ਕਰਦੇ ਹਾਂ ਕਿ ਜਿਹੜਾ ਇਹ ਮੋਰਚਾ ਲੱਗਾ ਇਹਦੇ ਵਿੱਚ ਜਲਦ ਤੋਂ ਜਲਦ ਜਿਹੜੀ ਜਿੱਤ ਪ੍ਰਾਪਤ ਹੋਵੇ, ਤਾਂ ਜੋ ਇਹ ਜਿਹੜੇ ਕਿਸਾਨ ਆ ਇਹ ਉਹਨਾਂ ਨੇ ਸਿਆਲ ਵੀ ਉੱਥੇ ਕੱਟਿਆ ਤੇ ਹੁਣ ਮੂਹਰੇ ਗਰਮੀਆਂ ਵੀ ਆ ਗਈਆਂ, ਉਹ ਵੀ ਉੱਥੇ ਹੰਢਾ ਰਹੇ ਆ। ਸੋ ਆਪਣੇ ਉਹ ਘਰਾਂ ਨੂੰ ਵਾਪਸ ਹੋਣ, ਕਿਉਂਕਿ ਕਈ ਜਾਨਾਂ ਵੀ ਕੀਮਤੀ ਜਾ ਚੁੱਕੀਆਂ ਆ, ਪਰ ਸਰਕਾਰ ਜਿਹੜੀ ਆ ਉਹ ਕਹਿ ਸਕਦੇ ਆ ਕਿ ਰੰਗੜਪੁੜੇ ਤੇ ਆਈ ਹੋਈ ਹੈ ਤੇ ਆਪਣੇ ਜਿਹੜੀਆਂ ਇਹ ਫੋਕੀ ਕਹਿ ਸਕਦੇ ਸ਼ੌਹਰਤ ਨੂੰ ਪਈ ਹੋਈ ਹੈ ਤੇ ਹਾਲੇ ਤੱਕ ਵੀ ਜਿਹੜੀ ਉਹ ਇਹ ਟਸ ਤੋਂ ਮਸ ਨਹੀਂ ਹੋ ਰਹੀ। ਪਰ ਜਿਹੜੇ ਕਿਸਾਨ ਆ ਜਾਂ ਜਿਹੜੀ ਇਹ ਏਕਤਾ ਜਿਹੜੀ ਇਸ ਸਮੇਂ ਇੱਕ ਮੁੱਠ ਹੋ ਕੇ ਜਿਹੜੀ ਲੜਾਈ ਲੜ ਰਹੀ ਹੈ, ਤੇ ਮੈਨੂੰ ਆਸ ਹੈ ਕਿ ਬਹੁਤ ਹੀ ਜਲਦ ਜਿਹੜੀ ਇਹ ਲੜਾਈ ਵਿੱਚ ਜਿੱਤ ਪ੍ਰਾਪਤ ਹੋਵੇਗੀ, ਕਿਉਂਕਿ ਬੰਗਾਲ ਵਿੱਚ ਜਿਸ ਤਰ੍ਹਾਂ ਮੋਦੀ ਦੀ ਹਾਰ ਹੋਈ ਆ ਉਸ ਤੋਂ ਇਹ ਬਾਕੀ ਜਿਹੜਾ ਦੇਸ਼ ਵਾ ਉਹਦੇ ਵਿੱਚ ਇੱਕ ਤਰ੍ਹਾਂ ਦੀ ਕਹਿ ਸਕਦੇ ਆ ਕਿ ਇੱਕ ਨਵੀਂ ਜਿਹੜੀ ਊਰਜਾ ਭਰ ਗਈ ਆ ਕਿ ਉਹ ਜਿਹੜੀ ਉਹ ਇੱਕ ਤਾਨਾਸ਼ਾਹੀ ਜਿਹੜੀ ਇੱਕ ਹਕੂਮਤ ਵੱਲੋਂ ਜਾ ਰਿਹਾ ਆ ਉਹਨੂੰ ਢਹਿ ਢੇਰੀ ਕੀਤਾ ਜਾ ਸਕਦਾ ਆ। ਸੋ ਬਾਰੀ ਪੰਜਾਬ ਵਿੱਚ ਵੀ ਆਵੇਗੀ ਤੇ ਆਸ ਆ ਕਿ ਬਹੁਤ ਹੀ ਜਲਦ ਜਿਹੜੀ ਇਹ ਕਿਸਾਨ ਮੋਰਚਾ ਜਿਹੜਾ ਦਿੱਲੀ ਵਿਖੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਲਗਾਇਆ ਗਿਆ ਉਹਦੇ ਵਿੱਚ ਜਿੱਤ ਪ੍ਰਾਪਤ ਕਰਕੇ ਕਿਸਾਨ ਆਪਣੇ ਘਰਾਂ ਨੂੰ ਵਾਪਸ ਆਉਣਗੇ। ਸੋ ਸਾਡੇ ਨਾਲ ਐਸਐਚਓ ਬਹਿਰਾਮ ਨੇ, ਉਹਨਾਂ ਨਾਲ ਗੱਲਬਾਤ ਕਰਦੇ ਆ ਕਿਉਂਕਿ ਕਰੋਨਾ ਮਹਾਮਾਰੀ ਚੱਲ ਰਹੀ ਹੈ ਤੇ ਸਰਕਾਰ ਵੱਲੋਂ ਇਹ ਵੱਖੋ ਵੱਖਰੀਆਂ ਜਿਹੜੀਆਂ ਹਦਾਇਤਾਂ ਦਿੱਤੀਆਂ ਗਈਆਂ ਆ। ਇਹ ਸਰ ਜਿਸ ਤਰ੍ਹਾਂ ਕਰੋਨਾ ਮਹਾਮਾਰੀ ਆਪਾਂ ਦੇਖ ਸਕਦੇ ਪੀਕ ਤੇ ਆ, ਇਸ ਸਮੇਂ ਅੱਗੇ ਜਾ ਕੇ ਜਿਹੜੀ ਇਹਦੀ ਇਹ ਲਹਿਰ ਹੋ ਅੱਗੇ ਜਾ ਕੇ ਹੋਰ ਵਧਣ ਦੀ ਆਸ਼ੰਕਾ ਜਿਹੜੀ ਜਤਾਈ ਜਾ ਰਹੀ ਆ। ਕੀ ਕਹਿਣਾ ਚਾਹੋਗੇ ਖਾਸ ਕਰ ਹਲਕਾ ਵਾਸੀਆਂ ਨੂੰ, ਕਿਉਂਕਿ ਲੋਕ ਹੱਲੇ ਵੀ ਕਿਤੇ ਨਾ ਕਿਤੇ ਅਵੇਅਰ ਨਹੀਂ ਹੈਗੇ ਪੂਰੀ ਤਰ੍ਹਾਂ, ਬਿਨਾਂ ਮਾਸਕ ਤੋਂ ਘੁੰਮ ਰਹੇ ਆ ਜਾਂ ਸਰਕਾਰੀ ਜਿਹੜੀਆਂ ਹਦਾਇਤਾਂ ਉਹਨਾਂ ਦੀ ਉਲੰਘਣਾ ਕਰ ਰਹੇ, ਕੀ ਮੈਸੇਜ ਦੇਣਾ ਚਾਹੋਗੇ ਉਹਨਾਂ ਨੂੰ? ਲੋਕਾਂ ਨੂੰ ਅਪੀਲ ਹੈ ਪੰਜਾਬ ਪੁਲਿਸ ਵੱਲੋਂ ਕਿ ਬਚਾਅ ਵਿੱਚ ਹੀ ਬਚਾਅ ਹੈ, ਮਾਸਕ ਪਹਿਨਿਆ ਜਾਵੇ। ਜੋ ਵੀ ਡਾਕਟਰ ਜਾਂ ਸਰਕਾਰ ਦੀਆਂ ਜਿਹੜੀਆਂ ਹਦਾਇਤਾਂ ਨੇ ਕਰੋਨਾ ਮਹਾਮਾਰੀ ਤੋਂ ਬਚਣ ਸੰਬੰਧੀ, ਉਹਨਾਂ ਦੀ ਸਟ੍ਰਿਕਟ ਪੱਕੇ ਤੌਰ 'ਤੇ ਜਿਹੜੀ ਪਾਲਣਾ ਕੀਤੀ ਜਾਵੇ।
ਨਹੀਂ ਪਾਲਣਾ ਕਰਾਂਗੇ ਤਾਂ ਸਾਡਾ ਆਪਣਾ ਹੀ ਨੁਕਸਾਨ ਹੈ, ਉਹਦੇ 'ਚ ਕਿਸੇ ਦਾ ਹੋਰ ਦਾ ਨੁਕਸਾਨ ਨਹੀਂ ਹੈਗਾ। ਕਈ ਵਾਰ ਲੋਕ ਹੈ ਜਿਹੜੇ ਉਹ ਡਰ ਜਾਂਦੇ ਪੁਲਿਸ ਨੂੰ ਦੇਖ ਕੇ, ਖਾਸ ਕਰ ਕਈ ਵਾਰੀ ਪੁਲਿਸ ਦੇ ਮੁਲਾਜ਼ਮ ਵੀ ਕਈ ਆਪਾਂ ਇੱਦਾਂ ਦੀ ਸੋਸ਼ਲ ਮੀਡੀਆ ਦੀ ਵੀਡੀਓ ਦੇਖਦੇ ਆ ਜਿਹਦੇ ਵਿੱਚ ਵਧੀਕੀ ਕੀਤੀ ਜਾਂਦੀ ਹੈ, ਸਾਫ਼ ਨਜ਼ਰ ਆ ਰਹੀ ਆ। ਕੀ ਮੈਸੇਜ ਦੇਣੇ ਚਾਹੋਗੇ ਅਜਿਹੇ ਅਫਸਰਾਂ ਨੂੰ ਜਾਂ ਉਹਨਾਂ ਲੋਕਾਂ ਨੂੰ ਕਿ ਪੁਲਿਸ ਤੋਂ ਡਰਨ ਦੀ ਬਜਾਏ ਉਹਨਾਂ ਦਾ ਸਾਥ ਦੇਣ ਦੀ ਲੋੜ ਆ? ਕਿਤੇ ਕਿਤੇ ਹੋ ਜਾਂਦਾ ਹੈ, ਬਟ ਇਹ ਨਹੀਂ ਹੈ ਕਿ ਸਾਡਾ ਜਿਹੜਾ ਪੁਲਿਸ ਦਾ ਕੰਮ ਹੈ ਬੜਾ ਹੀ ਡਿਫਿਕਲਟ ਕੰਮ ਹੈ। 24 ਘੰਟੇ ਦੇ ਅਸੀਂ ਮੁਲਾਜ਼ਮ ਹਾਂ, ਬਟ ਅਸੀਂ ਹਰ ਟਾਈਮ ਇਹੀ ਕੋਸ਼ਿਸ਼ ਕਰਦੇ ਹਾਂ ਕਿ ਲੋਕਾਂ ਦੇ ਸਹਿਯੋਗ ਦੇ ਨਾਲ ਅਸੀਂ ਜਿਹੜੀ ਕਿ ਇਹ ਕਰੋਨਾ ਮਹਾਮਾਰੀ ਹੈ ਇਹਦੇ ਉੱਤੇ ਕਾਬੂ ਪਾਈਏ। ਲੋਕਾਂ ਨੂੰ ਅਪੀਲ ਹੈ ਕਿ ਸਾਡਾ ਜਿਹੜਾ ਸਹਿਯੋਗ ਕੀਤਾ ਜਾਵੇ। ਅਸੀਂ ਕੋਈ ਇਹ ਨਹੀਂ ਹੈ ਕਿ ਅਸੀਂ ਲੋਕਾਂ ਨੂੰ ਅਸੀਂ ਕੋਈ ਫਾਈਨੈਂਸ਼ੀਅਲੀ ਜਾਂ ਕੋਈ ਅਸੀਂ ਚਲਾਨ ਕੱਟ ਕੇ ਜਾਂ ਪਰਚੇ ਦਰਜ ਕਰਕੇ ਉਹਨਾਂ ਤੋਂ ਅਸੀਂ ਕੋਈ ਪਾਲਣਾ ਕਰਵਾ ਰਹੇ ਹਾਂ। ਲੋਕਾਂ ਨੂੰ ਅਪੀਲ ਹੈ ਕਿ ਆਪਣੇ ਆਪ ਹੀ ਆਪਣਾ ਆਪ ਬਚਾਅ ਕਰਨ ਸਿੱਖਣ। ਸਰਕਾਰ ਦੀਆਂ ਹਦਾਇਤਾਂ ਆਪਣਾ ਬਚਾਅ ਕਰਾਂਗੇ ਤਾਂ ਅਸੀਂ ਦੂਜੇ ਆਪਣੇ ਪਰਿਵਾਰ ਵਾਲਿਆਂ ਦਾ ਬਚਾਅ ਕਰਾਂਗੇ, ਆਪਣੇ ਪਿੰਡ ਵਾਲਿਆਂ ਦਾ, ਆਲੇ ਦੁਆਲੇ ਵਾਲਿਆਂ ਦਾ ਬਚਾਅ ਕਰਾਂਗੇ। ਨਹੀਂ, ਕਿਸਾਨ ਜਥੇਬੰਦੀਆਂ ਲੀਡਰਾਂ ਨੇ ਉਹਨਾਂ ਨੂੰ ਅਪੀਲ ਕੀਤੀ ਹੈ। ਕਾਫੀ ਵਿੱਚ ਐਸੈਂਸ਼ੀਅਲ ਸਰਵਿਸ ਦੀਆਂ ਦੁਕਾਨਾਂ ਖੁੱਲ੍ਹੀਆਂ ਹੋਈਆਂ ਨੇ ਅਤੇ ਸਰਕਾਰ ਨੇ ਵੀ ਜਿਹੜੇ ਕਿ ਰੋਟੇਸ਼ਨ ਵਾਈਜ਼ ਦੁਕਾਨਾਂ ਖੋਲ੍ਹਣ ਦੀ ਜਿਹੜੀ ਕਿ ਇਜਾਜ਼ਤ ਦੇ ਦਿੱਤੀ ਹੈ। ਕਿਸਾਨਾਂ ਨੇ ਜਿਹੜੀ ਅਪੀਲ ਕੀਤੀ ਹੈਗੀ ਪੀਸਫੁਲ ਤੌਰ 'ਤੇ, ਠੀਕ ਹੈ, ਵੀ ਇਹ ਹੈ ਕਿ ਕਿਸਾਨ ਜਥੇਬੰਦੀਆਂ ਆਪਣਾ ਕੰਮ ਕੀਤਾ ਅਤੇ ਲੋਕ ਵੀ ਆਪਣੇ ਹਿਸਾਬ ਦੇ ਨਾਲ ਜਿਹੜਾ ਕਿ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਕਰ ਰਹੇ ਆ। ਜਿਹੜੀਆਂ ਸਰਕਾਰ ਵੱਲੋਂ ਜਾਂ ਆਪਾਂ ਡੀਸੀ ਮੈਡਮ ਵੱਲੋਂ ਜਿਹੜੀਆਂ ਵੀ ਹਦਾਇਤਾਂ ਆਉਂਦੀਆਂ ਉਹ ਖਾਸ ਕਰ ਦੁਕਾਨਦਾਰ ਉਹਨਾਂ ਤੱਕ ਪਹੁੰਚਦੀਆਂ ਨਹੀਂ ਹੈਗੀਆਂ। ਕੀ ਕਹਿਣਾ ਚਾਹੋਗੇ? ਜਾਂ ਕੋਈ ਇੱਦਾਂ ਦਾ ਕੋਈ ਨੰਬਰ ਵਗੈਰਾ ਜਾਂ ਫਿਰ ਤੁਹਾਡਾ ਸੰਪਰਕ ਕਰ ਸਕਦੇ ਆ ਕਿ ਕਿਸ ਤਰ੍ਹਾਂ ਜਿਹੜੀ ਆਪਾਂ ਦੇਖਦੇ ਹਾਂ ਕਿ 2 ਦਿਨ ਇਹ ਦੁਕਾਨਾਂ ਖੁੱਲ੍ਹਣੀਆਂ, 2 ਦਿਨ ਉਹ ਕਿਸ ਤੋਂ ਇਨਫੋਰਮੇਸ਼ਨ ਲੈ ਸਕਦੇ ਹੋ? ਨਹੀਂ, ਉਹ ਅਸੀਂ ਸਾਡੇ ਕੋਲ ਹਦਾਇਤਾਂ ਆ ਚੁੱਕੀਆਂ ਨੇ। ਲੋਕ ਸਾਨੂੰ ਫੋਨ ਕਰਕੇ ਵੀ ਪੁੱਛਦੇ ਨੇ, ਇਸ ਤਰ੍ਹਾਂ ਨਹੀਂ ਹੈ। ਅਸੀਂ ਥਰੂ ਮੀਡੀਆ ਵੀ ਅਸੀਂ ਆਪਣੀ ਅਨਾਊਂਸਮੈਂਟ ਸਿਸਟਮ ਰਾਹੀਂ ਵੀ ਦੁਕਾਨ ਵਾਲਿਆਂ ਨੂੰ, ਲੋਕਾਂ ਨੂੰ ਅਸੀਂ ਸਰਕਾਰ ਦੀਆਂ ਜਿਹੜੀਆਂ ਟਾਈਮ 'ਤੇ ਹਦਾਇਤਾਂ ਆਉਂਦੀਆਂ ਨੇ ਉਹਨਾਂ ਦਾ ਅਸੀਂ ਉਹਨਾਂ ਨੂੰ ਅਵੇਅਰ ਕਰਦੇ ਨੇ ਕਿ ਆਹ ਹਦਾਇਤਾਂ ਨੇ, ਇਹਨਾਂ ਦਾ ਜਿਹੜਾ ਪਾਲਣ ਕੀਤਾ ਜਾਵੇ। ਸਾਨੂੰ ਫੋਨ ਕਰਕੇ ਪੁੱਛ ਲੈਂਦੇ ਨੇ ਲੋਕ, ਇਸ ਤਰ੍ਹਾਂ ਦਾ ਕੋਈ ਨਹੀਂ। ਸਾਡੇ ਨਾਲ ਲੋਕਾਂ ਦਾ ਡਾਇਰੈਕਟ ਸੰਪਰਕ ਹੈਗਾ ਹੈ। ਥੈਂਕ ਯੂ ਗੱਲਬਾਤ। ਥੈਂਕ ਯੂ ਜੀ। ਸੋ ਇਹ ਸਨ SHO ਬਹਿਰਾਮ ਜਿਨ੍ਹਾਂ ਨੇ ਲੋਕਾਂ ਨੂੰ ਵੀ ਇਹ ਅਪੀਲ ਕੀਤੀ ਕਿ ਇਹ ਜਿਹੜੀ ਇਸ ਮਹਾਮਾਰੀ ਦੀ ਘੜੀ ਵਿੱਚ ਉਹ ਪੁਲਿਸ ਦਾ ਸਾਥ ਦੇਣ, ਪੁਲਿਸ ਤੋਂ ਡਰਨ ਦੀ ਬਜਾਏ ਉਹਨਾਂ ਦਾ ਸਾਥ ਦੇ ਕੇ ਜਿਹੜੀ ਇਸ ਮਹਾਮਾਰੀ ਵਿੱਚੋਂ ਇਹ ਆਪਣੇ ਆਪ ਨੂੰ ਅਤੇ ਆਪਣਿਆਂ ਨੂੰ ਤੇ ਆਪਣੇ ਖਾਸ ਕਰ ਜਿਹੜਾ ਇਲਾਕੇ ਨੂੰ ਉਹ ਬਚਾਇਆ ਜਾ ਸਕੇ।